ਤੁਸੀਂ ऐसे टॉपिक पहला ਕੀਤਾ है ना, देखो हीट जनरेटेड इन अ रजिस्टर 10th क्लास ਵਿੱਚ ਵਿਸ਼ਾ ਕੀਤਾ ਸੀ ਨਾ। नहीं सर, शायद नहीं। हीट ਦਾ ਮਾਮਲਾ I स्क्वायर RT। चलो अच्छा नहीं ਕੀਤਾ ਹੋਣਾ मैं। हाँ जी सर, ਕੀਤਾ ਨਾ, वही ਤਾਂ ਸੀਗਾ हीट जनरेटेड इन अ रजिस्टर। यस सर। I स्क्वायर R into T, where T is the time ਜਿੰਨੇ ਟਾਈਮ ਲਈ ਕਿਸੇ ਰੈਜ਼ਿਸਟਰ ਦੇ ਵਿੱਚੋਂ ਤੁਸੀਂ ਪਾਸ ਕਰਦੇ ਹੋ ਉਹਨੂੰ ਕਰੰਟ ਨੂੰ I ਨੂੰ, ਤਾਂ ਆਪਾਂ ਹੀਟ ਜਨਰੇਟ I स्क्वायर RT ਕੀਤਾ ਸੀ। ਇੱਥੋਂ ਹੀ ਪਾਵਰ ਕੱਢੀ ਸੀ, ਫਿਰ ਤੁਸੀਂ એનર્ਜੀ ਅਪਨ ਟਾਈਮ ਕਰਕੇ I स्क्वायर R ਹਨਾ, ਫਿਰ ਉਸੇ ਨੂੰ ਵੋਲਟੇਜ ਦੀ ਫਾਰਮ 'ਚ ਵੀ ਲਿਖ ਸਕਦੇ ਹਾਂ। ਸੋ ਆਹ ਸਾਰੀ ਗੱਲਾਂ ਕੀਤੀਆਂ ਸੀਗੀਆਂ। ਮੈਂ ਇੱਕ ਵਾਰ ਥੋੜਾ ਇੱਕ ਦੂਸਰੇ ਪੁਆਇੰਟ ਆਫ ਵਿਊ ਤੋਂ ਇਹਨੂੰ ਗੱਲ ਕਰ ਲਈਏ। ਉੱਥੇ ਆਪਾਂ ਗੱਲ ਕਰਦੇ ਸੀ ਕਿ ਵੀ ਜਿਹੜੇ ਇਲੈਕਟ੍ਰੋਨਸ ਆ ਉਹ ਬਾਰ-ਬਾਰ ਅੰਦਰ ਕੋਲੀਜ਼ਨ ਹੁੰਦਾ ਉਹਨਾਂ ਦਾ ਬਾਰ-ਬਾਰ, ਤੇ ਉਹਨਾਂ ਦੀ ਕਿਨੈਟਿਕ એનર્ਜੀ ਜਿਹੜੀ ਕਨਵਰਟ ਹੋ ਜਾਂਦੀ ਹੈ ਹੀਟ ਦੇ ਵਿੱਚ। ਤਾਂ ਆਪਾਂ ਇੱਥੇ ਇਹਨੂੰ ਇੱਕ ਹੋਰ ਐਂਗਲ ਤੋਂ ਵੀ ਦੇਖ ਸਕਦੇ ਹਾਂ, ਜ਼ਿਆਦਾ ਵਧੀਆ ਕਲੀਅਰ ਹੈ ਐਂਗਲ ਉਹ, ਕਿ ਜੇ ਮੰਨ ਲਓ ਕਿਸੇ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਹੈ E, ਇੱਥੇ this is the electric field E, left to right, a uniform electric field है। देखो मैं इक्वी spaced parallel lines ना शो कर रहे हैं। सो जे इस इलेक्ट्रिक फील्ड ਦੇ ਵਿੱਚ ਮੈਂ ਦੋ ਪੁਆਇੰਟਸ ਲਵਾਂ, ਮੰਨ ਲਓ ਇਸ ਜਗ੍ਹਾ ਤੇ ਇੱਕ ਪੁਆਇੰਟ ਹੈ, ਇਸ ਜਗ੍ਹਾ ਤੇ A ਐਂਡ ਇਸ ਜਗ੍ਹਾ ਤੇ ਇੱਕ ਪੁਆਇੰਟ B ਹੈ, ਤਾਂ ਤੁਸੀਂ ਦੱਸ ਸਕਦੇ ਹੋ ਪੋਟੈਂਸ਼ੀਅਲ ਜ਼ਿਆਦਾ ਕਿੱਥੇ ਹੋਏਗਾ? सर A पॉइंट ਪੁਆਇੰਟ ਤੇ ਜ਼ਿਆਦਾ ਹੋਏਗਾ V1, B ਪੁਆਇੰਟ ਤੇ ਮੰਨ ਲਓ V2, ਤੇ ਤੁਹਾਨੂੰ ਪਤਾ ਹੈ ਕਿ ਜਿਹੜਾ V1 ਹੈ ਉਹ V2 ਨਾਲੋਂ ਜ਼ਿਆਦਾ ਹੋਏਗਾ। ਸਿੰਪਲ ਜੀ ਗੱਲ ਹੈ। ਸੋ ਜੇ ਮੈਂ ਕੋਈ ਚਾਰਜ Q ਲੈ ਲਵਾਂ ਤੇ Q ਚਾਰਜ ਨੂੰ ਮੈਂ ਇੱਥੇ ਰੱਖ ਦਵਾਂ A ਦੇ ਉੱਪਰ, ਤੇ ਇਥੋਂ ਛੱਡ ਦਵਾਂ ਐਟ ਰੈਸਟ ਹੈ, ਮੰਨ ਲਓ ਪਹਿਲਾਂ ਇਹਨੂੰ ਛੱਡ ਦਵਾਂ ਇੱਥੋਂ, ਤਾਂ Q ਚਾਰਜ ਕਿੱਧਰ ਨੂੰ ਮੂਵ ਕਰੇਗਾ? इलेक्ट्रिक फील्ड की डायरेक्शन A to B मूव करेगा ना इस तरह। सो जिवें ही चार्ज Q ਨੂੰ ਇੱਥੇ ਛੱਡਾਂਗਾ ਉਹਦੇ ਉੱਪਰ ਇਲੈਕਟ੍ਰਿਕ ਫੀਲਡ ਦੇ ਕਰਕੇ ਇੱਕ ਫੋਰਸ ਲੱਗੇਗਾ Q into E, ਉਸ ਫੋਰਸ ਕਰਕੇ ਚਾਰਜ ਮੂਵ ਕਰਨਾ ਸ਼ੁਰੂ ਕਰੇਗਾ। ਇੱਥੇ ਮੰਨ ਲਓ ਇਹਦੀ ਜਿਹੜੀ ਮੰਨ ਲਓ A ਪੁਆਇੰਟ ਤੇ ਚਾਰਜ ਜਿਹੜਾ ਸੀਗਾ ਉਹ ਐਟ ਰੈਸਟ ਸੀਗਾ, ਤੇ ਆਪਾਂ ਇਹਨੂੰ ਲੀਵ ਕਰਾਂਗੇ ਤਾਂ ਇਸ ਫੋਰਸ ਦੇ ਕਰਕੇ ਐਕਸਲਰੇਟ ਹੁੰਦਾ ਹੈ, ਇੱਧਰ ਆਏਗਾ। B ਪੁਆਇੰਟ ਤੇ ਆਂਦੇ ਆਂਦੇ ਇਹਦੀ ਕੋਈ ਨਾ ਕੋਈ ਵੈਲੋਸਿਟੀ ਗੇਨ ਹੋ ਚੁੱਕੀ ਹੋਏਗੀ ਨਾ, ਠੀਕ ਹੈ? ਕਲੀਅਰ ਹੈ ਗੱਲ? यस सर। ਤੇ ਜਦੋਂ ਆਪਾਂ A ਪੁਆਇੰਟ ਤੇ ਲਿਆ ਕੇ ਉਹਨੂੰ ਛੱਡਤਾ, A ਤੋਂ B ਤੱਕ ਆਂਦੇ ਹੋਏ ਕਿਹੜਾ ਫੋਰਸ ਲੱਗ ਰਿਹਾ? ਤੇ ਸਿਰਫ ਇਲੈਕਟ੍ਰੋਸਟੈਟਿਕ ਫੋਰਸ ਲੱਗ ਰਿਹਾ ਨਾ। यस सर। ਤੇ ਆ ਆਪਾਂ ਕੰਮ ਕਰ ਰਹੇ ਹਾਂ ਫ੍ਰੀ ਸਪੇਸ ਦੇ ਵਿੱਚ, ਯਾਦ ਰੱਖਣਾ ਆ ਫ੍ਰੀ ਸਪੇਸ 'ਚ ਕੰਮ ਕਰ ਰਹੇ ਹਾਂ, ਜਿੱਥੇ ਬਿਲਕੁਲ ਹਵਾ ਦੇ ਵਿੱਚ ਜਸਟ ਆਪਾਂ ਜਾਂ ਵੈਕਿਊਮ ਦੇ ਵਿੱਚ ਮੰਨ ਲਓ ਬਸ ਇਲੈਕਟ੍ਰਿਕ ਫੀਲਡ ਹੈ ਤੇ ਇੱਕ ਚਾਰਜ ਉੱਥੇ ਲੀਵ ਕੀਤਾ ਆਪਾਂ A ਤੇ, ਉਹ B ਤੇ ਆਇਆ। ਆਪਾਂ ਨੂੰ ਪਤਾ ਕਿ ਓਨਲੀ ਇਲੈਕਟ੍ਰੋਸਟੈਟਿਕ ਫੋਰਸ ਇਜ਼ ਵਰਕਿੰਗ ਜਾਂ ਓਨਲੀ ਕੰਜ਼ਰਵੇਟਿਵ ਫੋਰਸ ਹੀ ਲੱਗ ਰਿਹਾ, ਹੋਰ ਤਾਂ ਕੋਈ ਲੱਗ ਨਹੀਂ ਰਿਹਾ ਫੋਰਸ। ਤਾਂ ਇੱਥੇ ਆ ਕੇ ਫਿਰ ਆਪਣੀ ਆਪਾਂ ਕਹਿੰਦੇ ਕਿ ਜਿਹੜਾ ਕਿਨੈਟਿਕ એનર્ਜੀ ਤੇ ਪੋਟੈਂਸ਼ੀਅਲ એનર્ਜੀ ਦਾ ਸਮ ਜਿਹੜਾ ਹੈ ਉਹ ਕੰਜ਼ਰਵਡ ਹੋਏਗਾ ਨਾ। ਤਾਂ ਪੋਟੈਂਸ਼ੀਅਲ એનર્ਜੀ ਐਟ A ਜੋ ਹੋਏਗੀ ਪਲੱਸ ਕਾਈਨੈਟਿਕ એનર્ਜੀ ਐਟ A ਪੁਆਇੰਟ ਹੋਏਗੀ ਚਾਰਜ ਦੀ, ਉਹ ਬਰਾਬਰ ਹੋਏਗੀ ਪੋਟੈਂਸ਼ੀਅਲ એનર્ਜੀ ਐਟ B ਤੇ ਕਾਈਨੈਟਿਕ એનર્ਜੀ ਐਟ B ਦੇ। ਹੁਣ A ਪੁਆਇੰਟ ਤੇ ਉਹਦੀ ਪੋਟੈਂਸ਼ੀਅਲ એનર્ਜੀ ਕਿੰਨੀ ਹੈ ਚਾਰਜ ਦੀ? ਜੇ V1 ਪੋਟੈਂਸ਼ੀਅਲ ਹੈ ਉੱਥੇ ਤਾਂ Q into V1 ਹੋਏਗਾ ਨਾ। यस सर। ਤੇ ਕਿਨੈਟਿਕ એનર્ਜੀ ਕਿੰਨੀ ਹੈ? ਲੀਵ ਕੀਤਾ ਉਹਨੂੰ। B ਪੁਆਇੰਟ ਤੇ ਪੋਟੈਂਸ਼ੀਅਲ એનર્ਜੀ ਕਿ Q into V2 ਹੋਏਗੀ ਪਲੱਸ ਕਿਨੈਟਿਕ એનર્ਜੀ ਐਟ B ਪੁਆਇੰਟ ਮੈਨੂੰ ਪਤਾ ਨਹੀਂ ਹੈ। ਸੋ ਆਪਾਂ ਇੱਥੋਂ ਕਹਿ ਸਕਦੇ ਕਿਨੈਟਿਕ એનર્ਜੀ ਐਟ B ਪੁਆਇੰਟ ਜਿਹੜੀ ਹੋਏਗੀ ਨਾ ਉਹ ਹੋਏਗੀ Q into V1 minus V2। basically this is nothing but the loss of potential energy ਨਾ, ਇਹਨੂੰ ਕਹਿ ਸਕਦੇ ਨਾ this is the loss in potential energy ਹੋ ਗਿਆ ਉਹਦਾ। यस सर। ਜਿੰਨਾ loss in potential energy ਉਨਾ ਹੀ gain in kinetic energy ਹੋਇਆ, ਤੇ kinetic energy ਪਹਿਲਾਂ 0 ਸੀ ਤਾਂ ਹੁਣ ਉਨੀ ਜਿਹੜੀ B ਤੇ ਹੀ ਉਹੀ ਆ ਗਈ ਇੱਥੇ ਆਪਣੇ ਕੋਲ KB। ਸੋ ਬੇਸਿਕਲੀ ਇੱਥੇ ਆਪਣੇ ਕੋਲ ਜਿੰਨੀ ਵੀ potential energy ਦਾ loss ਹੋਇਆ ਉਹ kinetic energy 'ਚ ਬਦਲ ਗਈ, ਇਸ ਲਈ ਚਾਰਜ ਇੱਥੇ ਰੈਸਟ ਤੇ ਸੀਗਾ, ਬਲਕਿ ਇਹਨੂੰ ਆਪਾਂ ਨਾ ਹੀ ਦਿਖਾਈਏ ਇਸ ਐਰੋ ਨੂੰ, ਤੇ ਇੱਥੇ ਚਾਰਜ ਤੇ ਇਹਨੂੰ ਛੱਡਿਆ ਤਾਂ ਰੈਸਟ, ਇੱਥੇ ਆ ਕੇ ਉਹਨੇ ਵੈਲੋਸਿਟੀ ਕੋਈ ਨਾ ਕੋਈ ਗੇਨ ਕਰ ਲਈ ਤੇ ਇਹਦੇ ਵਿੱਚ kinetic energy ਆ ਗਈ। ਉਹ kinetic energy ਕਿਉਂ ਆਈ? ਕਿਉਂਕਿ ਪੋਟੈਂਸ਼ੀਅਲ ਘਟੀ, ਕਿਉਂਕਿ ਕੰਜ਼ਰਵੇਟਿਵ ਫੋਰਸਿਸ ਐਕਟ ਕਰ ਰਹੇ ਸਿਰਫ, ਇਸ ਲਈ ਇਹਨਾਂ ਦੇ ਉੱਪਰ ਜਿਹੜਾ ਕੰਜ਼ਰਵੇਸ਼ਨ ਆਫ એનર્ਜੀ ਦਾ ਆਪਾਂ ਲਾਅ ਯੂਜ਼ ਕੀਤਾ। ਇਹ ਗੱਲ ਸਭ ਨੂੰ ਸਮਝ ਲੱਗੀ ਹੈ? यस सर।
ਇਹ ਕੰਮ ਪਰ ਸੀਗਾ ਆਪਣਾ ਇਹਦੇ ਵਿੱਚ ਫ੍ਰੀ ਸਪੇਸ ਦੇ ਵਿੱਚ ਆਪਾਂ ਕੰਮ ਕਰ ਰਹੇ ਸੀ ਤੇ ਇਹ ਬੜੀ ਇੰਪੋਰਟੈਂਟ ਗੱਲ ਹੈ। ਦਿਸ ਵਾਸ ਇਨ ਦਾ ਫ੍ਰੀ ਸਪੇਸ। ਹੁਣ ਆਪਾਂ ਗੱਲ ਕਰ ਰਹੇ ਹਾਂ ਇਨ ਕੰਡਕਟਰ, ਜਦੋਂ ਆਪਾਂ ਕਿਸੇ ਕੰਡਕਟਰ ਦੇ ਵਿੱਚੋਂ ਪਾਸ ਕਰਦੇ ਹਾਂ ਇਲੈਕਟ੍ਰੋਨਸ ਨੂੰ ਤਾਂ ਕੀ ਹੁੰਦਾ ਹੈ। ਹੁਣ ਆਪਾਂ ਆਬਵੀਅਸਲੀ ਪਾਸ, ਹੁਣ ਆਪਾਂ ਇਲੈਕਟ੍ਰੋਨ ਦੇ ਡ੍ਰਿਫਟ ਕਰਨ ਦੀ ਗੱਲ ਕਰਾਂਗੇ ਫਿਲਹਾਲ ਤਾਂ। ਹੁਣ ਮੰਨ ਲਓ ਆਹ ਕੰਡਕਟਰ ਹੈ ਇਸ ਤਰ੍ਹਾਂ, ਤੇ ਕੰਡਕਟਰ ਦੇ ਵਿੱਚ ਮੰਨ ਲਓ ਇਸ ਐਂਡ ਤੋਂ ਜਿਹੜਾ ਕਰੰਟ ਐਂਟਰ ਕਰਦਾ ਹੈ ਉਹ ਹੈਗਾ ਮੰਨ ਲਓ I, ਤੇ ਇਸ ਦੀ ਕੰਡਕਟਰ ਦੀ ਰੈਜ਼ਿਸਟੈਂਸ ਹੈਗੀ ਮੰਨ ਲਓ R, ਆ ਹੈਗਾ ਇਹਦਾ ਪੁਆਇੰਟ 1, ਆ ਹੈਗਾ ਪੁਆਇੰਟ ਮੰਨ ਲਓ 2, ਇਧਰੋਂ ਕਰੰਟ ਕਰਕੇ ਨਿਕਲਦਾ ਹੈ I। ਠੀਕ ਹੈ ਜੀ ਗੱਲ। ਤੇ ਇੱਥੇ ਜੇ ਮੈਂ ਕਹਾਂ 1 ਪੁਆਇੰਟ ਦੇ ਪੋਟੈਂਸ਼ੀਅਲ V1 ਹੈ, 2 ਪੁਆਇੰਟ ਦੇ ਪੋਟੈਂਸ਼ੀਅਲ V2 ਹੈ, ਤਾਂ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਕਿ V2 - V1 ਜੋ ਹੈ, सॉरी नॉट V2 - V1 बट V1 - V2, ਆਪਾਂ ਸਿਰਫ पोटेंशियल ਦਾ ਮੈਗਨੀਟਿਊਡ ਲੈ ਰਹੇ। V1 - V2 ਜੋ ਹੈਗਾ ਉਹ ਕਿਤੇ ਬਰਾਬਰ ਹੋਏਗਾ, ਉਹਨੂੰ V ਕਹਿ ਲਓ ਹੈ ਨਾ, ਇਹਦੇ ਅਕ੍ਰੋਸ ਟੋਟਲ ਪੋਟੈਂਸ਼ੀਅਲ ਡਿਫਰੈਂਸ V, ਐਂਡ ਉਹ V = ਕੀ ਹੋਏਗਾ I * R। ਇਹ ਓਮਸ ਦਾ ਹੈਗਾ, ਇਹ ਤਾਂ ਕੀਤਾ ਹੈ ਨਾ। ਹਾਂਜੀ ਸਰ। ਯੈਸ। ਹੁਣ ਮੈਨੂੰ ਇਹ ਦੱਸੋ ਕਿ ਜੇ ਆਪਾਂ ਇਹੀ ਕਰੰਟ ਇਹਦੇ ਵਿੱਚੋਂ ਪਾਸ ਕਰਦਾ ਰਹੇ ਟਾਈਮ t ਦੇ ਲਈ, ਤਾਂ ਇਨ ਟਾਈਮ t टोटल चार्ज कितना पास कर जाएगा। करंट इनटू टाइम होएगा कि नहीं दसो। यस है ना। यस सर। यानी इन्ना चार्ज पास कर जाएगा वायर दे विचों जे करंट आई हैगा आ, ते जे टी टाइम तक तुसी करंट नूं पास कराई जाओगे तां इत्थे भी क्योंकि पोटेंशियल एनर्जी इत्थे चार्ज दी ज्यादा सी, इत्थे घट है, इत्थे भी होएगा लॉस इन पोटेंशियल एनर्जी। इत्थे लॉस इन पोटेंशियल एनर्जी क्या होगा, जिन्ना Q है इनटू V1 - V2। ठीक, चार्ज कितना I * T, तो V1 - V2 कितना है I * R, तो कितना आ गया I² RT। पर इस केस दे विच किनेटिक एनर्जी विच गेन नहीं होएगा, क्योंकि जेड़ा चार्ज जे इलैक्ट्रॉन की गल करिए आपां, जे इत्थों इलैक्ट्रॉन उल्टे जा रहे ना, इधर जे इलैक्ट्रॉन की ड्रिफ्ट वेलोसिटी VD सीगी ना, तो हर जगह ते आपां ड्रिफ्ट वेलोसिटी जेडी एवरेज कड्डी सी वो VD कड्डांगे ते इक्को दिशा च लवांगे हमेशा। ठीक है ना गल। यस सर। इत्थे तो इलैक्ट्रॉन फास्ट हो गया ना फ्री स्पेस, पर इत्थे फास्ट नहीं होया, ओदी ड्रिफ्टिंग स्पीड उन्नी ही रही है। तो आप कहांगे फिर ओदी एनर्जी जिहड़ी लॉस इन पोटेंशियल एनर्जी है वो किनेटिक च तो गेन हुई नहीं, तो गई किथे, आप कहांगे तार गर्म हो जूगी, क्योंकि वो अपनी थर्मल वेलोसिटी करके बार-बार टकरा रहा सी, कोलिजन्स कर रहा सी, ओदे करके वो गर्म कर देगा उस वायर नूं। सो जो करंट पास करेगा तो वायर गर्म होएगी। आ जिहड़ी लॉस इन पोटेंशियल एनर्जी बेसिकली यही ओनू हीट च कन्वर्ट करेगी। आही अपना आएगा हीट का फार्मूला, दैट हीट प्रोड्यूस्ड इन द वायर इज I² RT। इस तरह। हाँ जी, कोई क्वेश्चन पूछ रहा है, हैंड रेज किया किसी ने। ठीक है, सो आ अपना हीट प्रोड्यूस्ड आ गई, इत्थों ही आप फिर गल कर सकते पावर दी, क्योंकि पावर की होंदी है एनर्जी अपॉन टाइम, है ना, एनर्जी कंज्यूम्ड, क्योंकि आप इहनूं कह सकते भी एनर्जी कंज्यूम हुई, इहनूं कह सकते हैं इलैक्ट्रिकल एनर्जी कंज्यूम हुई। दो गल्लां कह सकते हैं, यानी कि अगर किसी भी रजिस्टर दे विचों जे आप कहिए कि करंट I पास कर रहा और रेजिस्टेंस R है, तो T टाइम तक लिए पास कर रहा, तो ये हीट प्रोड्यूस्ड कह देवांगे I² RT, या फिर कह सकते हैं एनर्जी कंज्यूम्ड, है ना, एनर्जी कंज्यूम्ड जिहड़ी है वो भी कह सकते हैं I² RT। ते आपां नूं पता है फिर कि पावर की हुंदा है, रेट ऑफ कंजम्पशन ऑफ एनर्जी या रेट ऑफ डूइंग वर्क, तो जिनी एनर्जी कंज्यूम हुई अपॉन टाइम टेकन, तो टाइम किन्ने टाइम जिन्ने टाइम लिया पाए भेजिया सी, तो क्या आएगा देखो I² RT डिवाइड बाय T, ये आ गई पावर। दसो समझ लगी गल। यस सर। यस सर। सो पावर का फार्मूला अपने को आ भी आ जाता एक I² * R, दिस इज द पावर, एंड इसनूं आपां मेजर करते हैं वाट दे विच, ते तुहानूं ये गल पता है शायद, है ना। यस। तो इस तरह हीट प्रोड्यूस के होर फार्मूले भी हो सकते, जो I² की जगह V/R लिखोगे तो ये बन जाएगा V² / R * T भी हो जाएगा।
ਤੇ ਜੇ ਤੁਸੀਂ ਇੱਥੇ IR ਦੀ ਜਗ੍ਹਾ V ਲਿਖੋਗੇ ਤਾਂ ਇਹ ਬੇਸਿਕਲੀ V into I into TV ਹੋ ਜਾਏਗਾ। ਪਤਾ ਹੈ ਕਿ ਨਹੀਂ ਇਹ ਸਭ ਕੁਝ? Yes, sir. Yes, sir. ਫਾਰਮੂਲੇ ਹੋ ਸਕਦੇ ਨੇ ਓਮ ਦਾ ਹੋ ਗਏ। ਫਿਰ ਇਸ ਤਰ੍ਹਾਂ ਪਾਵਰ ਦੇ ਫਾਰਮੂਲੇ ਵੀ ਹੋ ਸਕਦੇ ਨੇ। ਜਿਵੇਂ ਇੱਥੇ ਜੇ ਤੁਸੀਂ I ਦੀ ਜਗ੍ਹਾ V over R ਲਿਖੋਗੇ ਤਾਂ ਬੇਸਿਕਲੀ V square over ਕੱਲਾ R ਰਹਿ ਜਾਏਗਾ ਨੀਚੇ। ਜਾਂ ਫਿਰ ਕਈ ਵਾਰ ਆਪਾਂ ਯੂਜ਼ ਕਰਦੇ ਹਾਂ ਜਿਹੜਾ V into I, ਕਿਉਂਕਿ ਇੱਥੇ IR ਦੀ ਜਗ੍ਹਾ ਤੁਸੀਂ V ਲਿਖ ਦਿਓ ਤੇ ਇੱਕ I ਨੂੰ I ਰਹਿਣ ਦਿਓ ਤਾਂ ਇਹ ਆਏਗਾ V into I। ਸੋ ਜਿਸ ਤਰ੍ਹਾਂ ਹੀ એનર્ਜੀ ਦੇ ਯਾਦ ਰੱਖਣਾ, એનર્ਜੀ ਵਾਲੇ ਫਾਰਮੂਲੇ 'ਚ ਟਾਈਮ ਨਾਲ ਮਲਟੀਪਲਾਈ ਕਰਨਾ ਪੈਂਦਾ ਆ, ਕਿਉਂਕਿ ਤੁਹਾਨੂੰ ਇਹ ਦੇਖਣਾ ਪੈਂਦਾ ਕਿ ਕਿੰਨੀ એનર્ਜੀ ਕੰਜ਼ਿਊਮ ਹੋਈ ਤੇ ਉਹ ਡਿਪੈਂਡ ਕਰਦੀ ਕਿੰਨੇ ਟਾਈਮ ਤੱਕ ਤੁਸੀਂ ਉਸ ਅਪਲਾਈਐਂਸ ਨੂੰ ਯੂਜ਼ ਕੀਤਾ ਹੈ ਜਾਂ ਉਸ ਲੋਡ ਤੇ ਉੱਪਰ ਕਰੰਟ ਭੇਜਿਆ ਹੈ ਜਿਹੜਾ ਰੈਜ਼ਿਸਟੈਂਸ R ਵਾਲਾ ਲੋਡ ਹੈ। ਤੇ ਪਾਵਰ ਹੁੰਦੀ ਹੈ ਵੀ ਪਰ ਯੂਨਿਟ ਟਾਈਮ, ਵੀ ਕਿੰਨੀ ਰੇਟ ਦੇ ਨਾਲ ਤੁਸੀਂ ਕੰਜ਼ਿਊਮ ਕਰ ਰਹੇ ਹੋ એનર્ਜੀ, ਐਂਡ ਦੈਟ ਇਜ਼ ਗਿਵਨ ਬਾਈ I square R, V square over R ਔਰ V into I। ਕਲੀਅਰ ਹੈ ਗੱਲ? ਹਾਂਜੀ Yes, yes, sir. तो ਇਹਨੂੰ ਜੇ ਤੁਸੀਂ ਪਾਵਰ ਦੀ ਯੂਨਿਟਸ ਵਗੈਰਾ ਦੇਖੋ, SI ਯੂਨਿਟਸ ਆਫ ਪਾਵਰ, ਤਾਂ ਉਹ ਹੁੰਦੀ ਹੈ ਵਾਟ। ਠੀਕ ਹੈ, ਸੋ ਪਾਵਰ ਇਜ਼ ਇਕੁਅਲ ਟੂ એનર્ਜੀ ਅਪਨ ਟਾਈਮ। तो ਆਪਾਂ ਜੇ ਸਿੰਪਲੀ ਦੇਖੀਏ E ਫॉर એનર્ਜੀ ਹੈ, ਮੈਂ ਲਿਖ ਹੀ ਦਿੰਦਾ ਪੂਰਾ, ਤਾਂ ਬੇਸਿਕਲੀ ਬਣਦੀ ਤਾਂ ਹੈ ਜਾਊਲ ਪਰ ਸੈਕਿੰਡ। ਜਾਊਲ ਪਰ ਸੈਕਿੰਡ ਨੂੰ ਹੀ ਬੋਲਦੇ ਆ ਆਪਾਂ ਵਾਟ। Clear? So ਆਪਾਂ ਕਹਿੰਦੇ ਕਿ the power consumed is said to be 1 watt if 1 joule of energy is consumed in 1 second। ਇਹਨੂੰ ਵਾਟ ਕਹਿੰਦੇ ਆ। ਪਰ ਵਾਟ ਨੂੰ ਆਪਾਂ ਜ਼ਿਆਦਾਤਰ ਆਪਾਂ ਇਸ ਨਾਲ ਜ਼ਿਆਦਾ ਬੈਟਰੀ ਯੂਜ਼ ਕਰਦੇ, ਕਿਲੋ ਵਾਟ ਜ਼ਿਆਦਾਤਰ ਯੂਜ਼ ਹੁੰਦਾ ਹੈ। ਵਾਟ ਵੀ ਯੂਜ਼ ਹੁੰਦਾ ਹੈ ਬੱਲਬ ਵਗੈਰਾ ਵਿੱਚ, ਅੱਜ ਕੱਲ੍ਹ CFL ਆਉਂਦੇ ਵਾਟ ਵਿੱਚ ਹੀ ਤਾਂ ਆਉਂਦੇ ਆ। ਕਿਲੋ ਵਾਟ ਵਿੱਚ ਕਿੰਨੇ ਹੋਣਗੇ? 1000 ਵਾਟ ਹੋਣਗੇ। ਤੇ ਜਿਹੜੀ ਆਪਣੀ ਜੇ ਇਹ ਜਿਹੜੇ ਇਹ ਸਾਰੇ ਯੂਨਿਟਸ ਪਾਵਰ ਦੀਆਂ ਨੇ, ਪਰ ਜਦੋਂ ਤੁਸੀਂ એનર્ਜੀ ਦੀ ਯੂਨਿਟਸ ਆਫ એનર્ਜੀ ਦੇਖੋ, ਤੁਸੀਂ ਯੂਨਿਟਸ ਆਫ ਇਲੈਕਟ੍ਰੀਕਲ એનર્ਜੀ, ਤਾਂ ਇਲੈਕਟ੍ਰੀਕਲ એનર્ਜੀ ਨੂੰ ਅਸੀਂ ਜਾਊਲ ਵਿੱਚ ਮੇਜ਼ਰ ਕਰਨ ਤੋਂ ਬਚਦੇ ਹਾਂ। ਇਹਦੇ ਨਾਲ ਇਹਨੂੰ ਪਾਵਰ ਦੀ ਫਾਰਮ 'ਚ ਜ਼ਿਆਦਾ ਯੂਜ਼ ਕਰਦੇ ਹਾਂ, ਕਿਉਂਕਿ ਪਾਵਰ ਆਪਾਂ ਨੂੰ ਹਰ ਅਪਲਾਈਐਂਸ ਦੀ ਅਲੱਗ-ਅਲੱਗ ਪਤਾ ਹੁੰਦੀ ਹੈ। ਤੇ ਆਪਾਂ એનર્ਜੀ ਦੀ ਯੂਨਿਟ, ਕਿਉਂਕਿ ਪਾਵਰ ਇਨਟੂ ਟਾਈਮ ਨਾ, ਇਲੈਕਟ੍ਰੀਕਲ એનર્ਜੀ will be equal to power into time। ਤੇ ਪਾਵਰ ਦਾ ਯੂਨਿਟ ਹੈਗਾ ਆਪਣੇ ਕੋਲ ਵਾਟ ਤੇ ਟਾਈਮ ਦਾ ਹੈਗਾ ਸੈਕਿੰਡ, ਤਾਂ ਇਹ ਬਣ ਜਾਂਦਾ ਹੈ ਫਿਰ ਉਹੀ ਜਾਊਲ। ਸੋ ਆਪਾਂ ਪਰ ਇਹਨੂੰ ਇਸ ਫਾਰਮ 'ਚ ਐਸਆਈ ਫਾਰਮ 'ਚ ਯੂਜ਼ ਕਰਨ ਦੀ ਬਜਾਏ ਆਪਾਂ ਵਾਟ ਦੇ ਫਾਰਮ 'ਚ ਯੂਜ਼ ਕਰਦੇ ਹਾਂ। ਤੇ ਟਾਈਮ ਆਪਾਂ ਨੂੰ ਸੈਕਿੰਡਸ ਦੀ ਬਜਾਏ ਮੋਸਟਲੀ ਘੰਟਿਆਂ 'ਚ ਗਿਵਨ ਹੁੰਦਾ ਹੈ। ਸੋ ਅਸੀਂ ਜਿਹੜੀ ਯੂਨਿਟ ਯੂਜ਼ ਕਰਦੇ ਹਾਂ ਦੈਟ ਇਜ਼ ਕਾਲਡ ਵਾਟ ਆਰ। ਠੀਕ ਹੈ, ਸੋ ਅਗਰ ਤੁਸੀਂ ਪਾਵਰ ਨੂੰ ਲੈ ਰਹੇ ਹੋ ਇਨ ਵਾਟਸ ਤੇ ਟਾਈਮ ਨੂੰ ਲੈ ਰਹੇ ਹੋ ਇਨ ਆਵਰਸ, ਦੈਨ ਤੁਹਾਡੇ ਕੋਲ ਜੋ ਬਣਦਾ ਹੈ ਦੈਟ ਇਜ਼ ਕਾਲਡ ਵਾਟ ਆਰ। ਸਮਝ ਲੱਗੀ ਗੱਲ? Yes. Yes, sir. ਤੇ ਇਸ ਤਰ੍ਹਾਂ ਹੀ ਫਿਰ ਤੁਹਾਨੂੰ ਪਤਾ ਹੈ ਕਿਲੋਵਾਟ ਆਰ ਵੀ ਹੋ ਸਕਦਾ ਹੈ। ਤੇ 1 ਕਿਲੋਵਾਟ ਆਰ ਕੀ ਹੁੰਦਾ ਹੈ? ਬੜਾ ਹੀ KWH ਲਿਖਦੇ ਨੇ ਕਿ ਇਹਦੇ ਚ 1000 ਵਾਟ ਦਾ ਅਗਰ ਅਪਲਾਈਐਂਸ ਨੂੰ ਤੁਸੀਂ 1 ਆਰ ਤੱਕ ਯੂਜ਼ ਕੀਤਾ ਹਨਾ, ਦੈਨ ਇਹ ਬਣ ਜਾਂਦਾ 1000 ਵਾਟ ਆਰ, ਤੇ ਇਸੇ ਨੂੰ ਅਸੀਂ ਕਿਲੋਵਾਟ ਆਰ ਬੋਲ ਦਿੰਦੇ ਹਾਂ। ਤੇ ਐਂਡ ਇਹੀ ਸਾਡੀ ਕੀ ਹੈ? ਕਮਰਸ਼ੀਅਲ ਯੂਨਿਟ ਆਫ ਇਲੈਕਟ੍ਰਿਸਿਟੀ। ਕਮਰਸ਼ੀਅਲ ਯੂਨਿਟ ਆਫ ਇਲੈਕਟ੍ਰਿਸਿਟੀ। ਕਲੀਅਰ ਹੈ? ਆਪਣੇ ਘਰਾਂ ਵਿੱਚ ਜੋ ਬਿਜਲੀ ਆਉਂਦੀ ਹੈ ਉਹ ਯੂਨਿਟ ਦੇ ਵਿੱਚ ਮੇਜ਼ਰ ਕਰਤੀ ਜਾਂਦੀ ਹੈ। ਆਪਾਂ ਕਹਿੰਦੇ ਬਿਜਲੀ ਦਾ 1 ਯੂਨਿਟ 2 ਯੂਨਿਟ, ਉਹ ਯੂਨਿਟ ਕੀ ਹੈ? ਆਪਾਂ 1 ਕਿਲੋਵਾਟ ਆਰ ਨੂੰ ਹੀ 1 ਯੂਨਿਟ ਬਿਜਲੀ ਕਹਿੰਦੇ ਆ ਆਪਣੇ ਘਰਾਂ ਜਿਹੜੀ ਵਰਤੀ ਜਾਂਦੀ ਹੈ। ਦੱਸੋ ਗੱਲ ਕਲੀਅਰ ਹੋਈ? Yes, sir. Yes, sir. ਅੱਜ ਕੱਲ 1 ਯੂਨਿਟ ਬਿਜਲੀ ਦਾ ਪੰਜਾਬ 'ਚ ਕੀ ਰੇਟ ਹੈ ਕਿਸੇ ਨੂੰ ਅੰਦਾਜ਼ਾ? ਐਟ ਐਨ ਐਵਰੇਜ ਨਹੀਂ ਪਤਾ ਕਿਸੇ ਨੂੰ? ਵੈਸੇ ਪਹਿਲੇ 100 ਯੂਨਿਟ ਦਾ ਕੁਝ ਹੋਰ ਰੇਟ ਹੁੰਦਾ ਵੇ, ਅਗਲੇ 100 ਦਾ ਕੁਝ ਹੋਰ ਨया ਕਰ ਕਰਕੇ ਹੁੰਦਾ। ਐਟ ਐਨ ਐਵਰੇਜ ਤੁਸੀਂ ਮੰਨ ਕੇ ਚਲੋ 10 ਰੁਪਏ ਯੂਨਿਟ ਮੰਨ ਲਓ ਆਪਣੇ ਲਗਭਗ ਪੈਂਦੀ ਹੈ ਪੰਜਾਬ 'ਚ, ਬਹੁਤ ਮਹਿੰਗੀ ਬਿਜਲੀ ਹੈ। 10 ਰੁਪੀਜ਼ ਪਰ ਯੂਨਿਟ, मतलब कि अगर 1000 ਵਾਟ ਆਰ એનર્ਜੀ ਯੂਜ਼ ਕਰਦੇ ਹੋ ਤਾਂ ਤੁਹਾਨੂੰ 10 ਰੁਪਏ ਦੇਣੇ ਪੈਂਦੇ ਬਿੱਲ ਦੇ ਵਿੱਚ। ਹੁਣ ਇਸ ਹਿਸਾਬ ਨਾਲ ਜੇ ਮੈਨੂੰ ਕੋਈ ਸੋਚੇ, ਜੋ ਕੋਈ ਕਵੇ ਕਿ 100 ਵਾਟ ਦਾ ਜਿਹੜਾ ਬੱਲਬ ਹੈ
ਵੀ ਉਹ ਕਿੰਨੇ ਟਾਈਮ ਦੇ ਵਿੱਚ 1 ਯੂਨਿਟ ਬਿਜਲੀ ਖਾ ਜਾਏਗਾ, ਦੱਸ ਸਕਦੇ ਹੋ? ਨਹੀਂ, सर 10 घंटे। ਐਗਜ਼ੈਕਟਲੀ 10 ਆਵਰ ਦੇ ਵਿੱਚ। ਸੋ 100 ਵਾਟ ਦੇ ਬਲਬ ਨੂੰ 10 ਘੰਟੇ ਚਲਾਓਗੇ ਤਾਂ 100 ਗੁਣਾ ਦਾ 1000 ਵਾਟ ਆਵਰ ਬਣ ਗਿਆ, ਤੇ ਦੈਟ ਇਜ਼ 1 ਕਿਲੋਵਾਟ ਆਵਰ, ਦੈਟ ਇਜ਼ ਕਾਲਡ 1 ਯੂਨਿਟ। ਸੋ 1 ਘੰਟੇ 'ਚ ਕਿੰਨੀ ਬਿਜਲੀ ਖਾਏਗਾ ਇਹ? 1/10 ਯੂਨਿਟ, ਹੈ ਨਾ? Yes, ਤੇ ਯਾਨੀ ਕਿ 1 ਰੁਪਈਆ। ਸੋ ਤੁਸੀਂ ਕਹਿਣਾ ਲੈ ਰੁਪਈਏ ਦੀ ਗੱਲ ਹੀ ਆ, ਹਨਾ, ਮਤਲਬ ਏਡੀ ਕਿੱਡੀ ਗੱਲ ਆਵੇ, ਬੱਲਬ ਚੱਲਦਾ ਰਹਿੰਦਾ ਸਾਡੇ ਘਰ ਦੇ, ਕਹਿੰਦੇ ਆ ਵੀ ਕਿਉਂ ਚੱਲਦਾ ਛੱਡਦਾ, ਕਿਉਂਕਿ ਤੁਸੀਂ ਬਹੁਤ ਸਾਰੇ ਅਪਲਾਈਐਂਸਿਸ ਬਹੁਤ ਇੱਕੋ ਟਾਈਮ ਤੇ ਯੂਜ਼ ਕਰਕੇ ਛੱਡ ਦਿਓ ਤਾਂ ਬਿਜਲੀ ਦਾ ਬਿੱਲ ਜ਼ਿਆਦਾ ਆਉਂਦਾ ਹੈ। ਤੇ ਵੈਸੇ ਵੀ ਤੁਸੀਂ ਸੋਚ ਕੇ ਦੇਖੋ ਕਿ ਮਤਲਬ ਹੁਣ ਜਿਹੜਾ CFL ਲਗਾਉਂਦੇ ਆਪਾਂ, ਦੇਖੋ ਕਿੰਨੀ ਬਚਤ ਹੁੰਦੀ ਹੈ ਉਹਨਾਂ ਨਾਲ। CFL ਲਗਾਉਂਦੇ ਮੰਨ ਲਓ 20 ਵਾਟ ਦਾ ਅੱਜ ਕੱਲ CFL ਆਉਂਦਾ ਹੈ, ਜਾਂ LED ਬਲਬ ਆਉਂਦੇ ਆ 20 ਵਾਟ ਤੱਕ ਦੇ, ਜਾਂ 18 ਦੇ ਵੀ ਆਉਂਦੇ ਆ, 18 16 14 11 20 ਵਾਟ ਦਾ ਜਿਹੜਾ ਬਲਬ ਹੁੰਦਾ ਹੈ, ਉਹਨੂੰ ਕਿੰਨੇ ਘੰਟੇ ਚਲਾਈਏ ਤਾਂ 1 ਯੂਨਿਟ ਬਿਜਲੀ ਖਾਈ ਜਾਏਗੀ? ਦੱਸੋ, ਬੋਲੋ। सर 50 घंटे। 50 ਘੰਟੇ। ਹੁਣ ਸੋਚੋ ਕਿ 50 ਘੰਟੇ ਜਿੱਥੇ ਉਹ 20 ਵਾਟ ਦਾ ਜਿਹੜਾ ਆਪਣਾ LED ਬਲਬ ਹੈ, ਉਹਨੇ 50 ਘੰਟੇ ਤੱਕ ਚੱਲਣਾ ਹੈ ਤਾਂ 1 ਯੂਨਿਟ ਬਿਜਲੀ ਖਾਧੀ ਜਾਣੀ ਹੈ। 100 ਵਾਟ ਦੇ ਬਲਬ ਨੇ ਉਹੀ 10 ਘੰਟੇ ਚ ਖਾ ਜਾਣੀ ਹੈ। ਤੇ ਜੇ ਬਲਬ 500 ਵਾਟ ਦਾ ਹੋਵੇ ਫਿਰ ਦੱਸੋ? 2 घंटे। 2 ਘੰਟੇ ਚ ਖਾ ਜਾਣੀ 2 ਹੈ। hours, ਤੇ ਜੇ 1000 ਵਾਟ ਦਾ ਬਲਬ ਹੋਵੇ ਤਾਂ 1 ਘੰਟੇ ਚ। 1 hour, 1 hour. ਜੇ 2 ਟਨ ਦਾ AC ਘਰੇ ਲੱਗਿਆ ਹੋਵੇ ਤੇ AC ਹੁੰਦਾ ਹੈ 2 ਕਿਲੋਵਾਟ ਦਾ, ਯਾਨੀ ਕਿ 2000 ਵਾਟ ਦਾ, ਉਹ ਕਿੰਨੇ ਘੰਟੇ ਚ ਬਿਜਲੀ ਖਾ ਲੇਗਾ ਯੂਨਿਟ? ਅੱਧੇ ਘੰਟੇ, ਅੱਧੇ ਘੰਟੇ ਚ। ਸੋ ਮਤਲਬ ਹੁਣ AC ਨੇ ਅੱਧੇ ਘੰਟੇ ਚ ਹੀ 1 ਯੂਨਿਟ ਬਿਜਲੀ ਖਾ ਜਾਣੀ ਹੈ। ਉਸ ਹਿਸਾਬ ਨਾਲ ਸੋਚ ਕੇ ਦੇਖੋ ਕਿ ਜੇ ਇੰਨੀ ਜਿਵੇਂ ਗਰਮੀ ਪੈ ਰਹੀ ਹੈ ਤੇ AC ਚ ਚੱਲਦਾ ਹੈ ਆਪਣਾ, ਤੇ ਮੰਨ ਲਓ ਜੇ 10 ਘੰਟੇ ਚੱਲਦਾ ਆ, 10 ਘੰਟੇ ਚ AC ਨੇ 2000 ਵਾਟ ਦਾ AC ਨੇ 20 ਯੂਨਿਟ ਖਾ ਜਾਣੇ, है ना? हाँ जी। 200 रुपया हो गया। ਤੇ ਫਿਰ ਰਾਤ ਨੂੰ ਸੌਣ ਲੱਗੇ ਫਿਰ 8-10 ਘੰਟੇ ਚੱਲੂਗਾ, ਉਹ ਦਿਨੇ ਤਾਂ ਚੱਲੂਗਾ ਹੀ, ਤੇ 200 ਰੁਪਏ ਹੋਰ ਹੋ ਗਿਆ, 400 ਰੁਪਈਆ। ਯਾਨੀ 400 ਰੁਪਏ ਦੀ ਬਿਜਲੀ ਇਕੱਲੀ ਖਾ ਜਾਂਦਾ AC ਗਰਮੀਆਂ ਦੇ ਸੀਜ਼ਨ 'ਚ, ਜਦੋਂ ਬਹੁਤ ਅੱਤ ਦੀ ਗਰਮੀ ਪੈਂਦੀ ਹੈ AC 'ਚ ਚੱਲ ਰਹੇ ਹੁੰਦੇ ਆ ਕੱਲਾ AC। ਹਾਲੇ ਬਾਕੀ ਬਾਅਦ ਦੀਆਂ ਗੱਲਾਂ ਨੇ, ਬਾਕੀ ਘਰੇ ਜਿਹੜਾ TV ਚੱਲੀ ਜਾਂਦਾ ਲੋਕਾਂ ਦਾ, ਜਾਂ ਕੁਝ ਵੀ ਕਰੀ ਜਾਂਦੇ ਆਪਾਂ, ਯੂਜ਼ ਕਰ ਰਹੇ ਹਾਂ, ਲੈਪਟਾਪ ਯੂਜ਼ ਕਰ ਰਹੇ ਹਾਂ, ਫੋਨ ਯੂਜ਼ ਕਰ ਰਹੇ ਹਾਂ, ਜਾਂ ਉਹਨੂੰ ਵੀ ਚਾਰਜ ਕਰ ਰਹੇ ਹਾਂ, ਜਾਂ ਹਰ ਚੀਜ਼ ਨੂੰ, ਤੇ ਇਹਦੇ ਵਿੱਚ ਬਿਜਲੀ ਤਾਂ ਲੱਗਦੀ ਹੀ ਹੈ। ਸੋ ਇਹ ਸਿਰਫ ਤੁਹਾਨੂੰ ਅੰਦਾਜ਼ਾ ਲਵਾ ਰਿਹਾ ਮੈਂ, ਠੀਕ ਹੈ ਗੱਲ? यस सर। Yes, sir. ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ 10th ਕਲਾਸ ਹੁੰਦੇ ਸੀ ਕਿ ਬਿਜਲੀ ਦਾ ਬਿੱਲ ਪਤਾ ਕਰੋ ਕਿੰਨਾ ਆਊਗਾ, ਵੀ ਇਹ ਅਪਲਾਈਐਂਸਿਸ ਨੇ ਇੰਨੇ ਘੰਟੇ ਚੱਲੇ ਆ, ਆਪਾਂ ਸਭ ਐਡ ਕਰਕੇ ਕਿਲੋਵਾਟ ਆਵਰ ਦੇ ਵਿੱਚ ਕਨਵਰਟ ਕਰ ਲੈਂਦੇ ਸੀ, ਇੰਨੇ ਯੂਨਿਟ ਬਿਜਲੀ ਦਾ ਰੇਟ ਦੱਸਿਆ ਹੁੰਦਾ ਸੀ, ਗੁਣਾ ਕਰ ਦਿੰਦੇ ਸੀ। ਆਹ ਸਿੰਪਲ ਜੀ ਗੱਲ ਹੈ, ਤੁਸੀਂ ਕੀਤੀ ਹੋਈ ਹੈ, ਸੋ ਇਹਦੇ ਵਿੱਚ ਮੈਂ ਨਹੀਂ ਜਾਂਦਾ, ਠੀਕ ਹੈ? ਹੁਣ ਜਿਵੇਂ ਕੱਲ ਤੁਹਾਨੂੰ ਮੈਂ ਦੱਸਿਆ ਸੀ ਕਿ ਸਰਕਟਸ ਦੇ ਉੱਪਰ ਗੱਲ ਕਰੀਏ, ਮੈਂ ਥੋੜੀ ਜਿਹੀ ਸਰਕਟ ਦੇ ਵਿੱਚ ਸੋਲਵ ਕਰਨਾ ਸਿਖਾਇਆ ਤੁਹਾਨੂੰ, ਕਿਵੇਂ ਆਪਾਂ ਰੈਜ਼ਿਸਟਰਸ ਨੂੰ ਸੀਰੀਜ਼ ਜਾਂ ਪੈਰਲਲ 'ਚ ਆਪਾਂ ਰੱਖਦੇ ਹਾਂ ਤਾਂ ਡਿਵਾਈਡ ਹੁੰਦੇ ਨੇ ਕਰੰਟਸ। ਸੋ ਹੁਣ ਤੁਹਾਨੂੰ ਮੈਂ ਉਮੀਦ ਕਰਦਾ ਤੁਹਾਨੂੰ ਯਾਦ ਹੋਣਗੇ, ਇੱਕ ਦਾ ਆਪਾਂ ਕਰਕੇ ਦੇਖਦੇ ਹਾਂ। ਮੰਨ ਲਓ ਇਸ ਤਰ੍ਹਾਂ ਆ, ਇੱਥੇ ਮੰਨ ਲਓ ਰੈਜ਼ਿਸਟੈਂਸ ਹੈਗੀ ਹੈ ਆਪਣੇ ਕੋਲ, ਮੰਨ ਲਓ 2 ohms, ਤੇ ਇੱਥੇ ਆਪਣੇ ਕੋਲ ਰੈਜ਼ਿਸਟੈਂਸ ਹੈਗੀ ਹੈ ਮੰਨ ਲਓ 6 ohms, ਤੇ ਇੱਥੋਂ ਮੰਨ ਲਓ ਕਰੰਟ ਆ ਰਿਹਾ ਆਪਣੇ ਕੋਲ ਸਰਕਟ ਵਿੱਚ I, ਤਾਂ ਤੁਸੀਂ ਮੈਨੂੰ ਸਾਰੇ ਦੱਸੋ I ਦਾ ਕਿੰਨਾ ਹਿੱਸਾ ਉੱਪਰ ਜਾਏਗਾ, ਕਿੰਨਾ ਨੀਚੇ ਜਾਏਗਾ? ਦੱਸੋ, ਇਹ ਕਰਾਇਆ ਸੀ ਕੱਲ? ਬੋਲੋ, ਕੈਲਕੂਲੇਟ ਕਰੋ ਸਾਰੇ ਜਣੇ, ਕੀਤਾ ਸੀ ਨਾ ਕੱਲ? ਸੋ ਜੇ ਮੈਂ ਕਹਿ ਦਵਾਂ ਇੱਥੇ I1 ਗਿਆ ਤੇ ਇੱਥੇ I2 ਗਿਆ, ਤਾਂ ਬੇਸਿਕਲੀ ਤੁਹਾਡਾ I1 ਜਿਹੜਾ ਹੋਣਾ ਚਾਹੀਦਾ ਹੈ ਉਹ ਕੀ ਹੋਏਗਾ, 1/2 6 by ਉਹ 1/2 plus 1/6 multiplied by I ना। Yes, एक कितना आ रहेगा 6 एलसीएम 4/6 आई आएगा, इनटू आई कितना आ रहेगा, ये देखो 1/2/2/3 तो 3/2 हो जाएगा, इनटू आई कितना गया ऊपर करंट
3/4 आई। 3/4 आई गया, नीचे 1/4 आएगा, करके देख लो फिर वो तो अंडरस्टूड है, जो बाकी रहेगा नीचे आएगा। क्लियर है गल? यस ਸਿੰਪਲ ਜੀ ਗੱਲ ਆ, ਨੀਚੇ ਵਾਲੀ ਜਿਹੜੀ ਹੈਗੀ ਹੈ ਦੇਖੋ ਉਹ ਉੱਪਰ ਨਾਲੋਂ 3 ਗੁਣੀ ਜ਼ਿਆਦਾ ਸੀ। ਸੋ ਬੇਸਿਕਲੀ ਕਰੰਟ ਦੇ 4 ਹਿੱਸੇ ਕਰੋ, 3 ਹਿੱਸੇ ਉੱਪਰ ਗਏ, 1 ਹਿੱਸਾ ਨੀਚੇ ਆਇਆ। ਬਾਕੀ ਆ ਚੀਜ਼ ਤਾਂ ਤੁਹਾਡੇ ਕੋਲ ਹਮੇਸ਼ਾ ਰਹੇਗੀ, ਆ ਚੀਜ਼ ਯੂਜ਼ ਕਰਨੀ। ਪਤਾ ਲੱਗਦਾ ਰਹੇਗਾ ਕਿ ਨਹੀਂ? यस ਅੱਛਾ ਦੱਸਿਓ ਮੈਨੂੰ ਹੁਣ ਐਂਪੀਅਰ 'ਚ ਆਂਸਰ ਦਿਓ। ਜੇ ਮੰਨ ਲਓ ਇਸ ਤਰ੍ਹਾਂ ਆ ਕਿ ਆ ਇੱਕ ਰੈਜ਼ਿਸਟੈਂਸ ਹੈ, ਆ ਇੱਕ ਰੈਜ਼ਿਸਟੈਂਸ ਹੈ, ਆ ਇੱਕ ਰੈਜ਼ਿਸਟੈਂਸ ਹੈ, ਇਸ ਤਰ੍ਹਾਂ। ਤੇ ਇਸ ਦੇ ਵਿੱਚ ਮੰਨ ਲਓ 10 ਐਂਪੀਅਰ ਦਾ ਕਰੰਟ ਇੱਥੋਂ ਆਇਆ। ਹੁਣ ਪਿੱਛੋਂ ਕਿੱਥੋਂ ਆਇਆ ਮੈਨੂੰ ਨਹੀਂ ਲੈਣ ਦੇਣਾ, ਆਪਾਂ ਇਹ ਗੱਲ ਦੀ ਟੈਨਸ਼ਨ ਨਹੀਂ ਲੈਂਦੇ। ਇੱਥੇ 10 ਐਂਪੀਅਰ ਆ ਰਿਹਾ, ਬਸ ਇਹਨਾਂ 'ਚ ਵੰਡਿਆ ਜਾਣਾ ਆ। ਇਹ ਮੰਨ ਲਓ ਹੈਗੀ ਆ 2, ਇਹ ਹੈਗੀ ਆ ਮੰਨ ਲਓ 3, ਇਹ ਹੈਗੀ ਆ ਮੰਨ ਲਓ 5 ਜਾਂ 6, ਮੰਨ ਲਓ 6 ਮੰਨ ਲਓ। ਤੇ ਹੁਣ ਤੁਸੀਂ ਮੈਨੂੰ ਬਸ ਦੱਸੋ ਵੀ ਹਰ ਵਾਇਰ 'ਚ ਕਿੰਨਾ ਕਿੰਨਾ ਕਰੰਟ ਜਾਏਗਾ, ਜਲਦੀ ਕੈਲਕੂਲੇਟ ਕਰਕੇ ਮੈਨੂੰ ਦੱਸੋ ਐਂਪੀਅਰਸ ਦੇ ਵਿੱਚ। ਸਾਰੇ ਜਣੇ ਕਰੋ ਨਾਲੇ ਹੀ, ਤੇ ਇਹ ਤੇਜ਼ ਕੈਲਕੂਲੇਸ਼ਨਸ ਕਰਨ ਦਾ ਤੁਹਾਨੂੰ ਆਦਤ ਪਾਣੀ ਪੈਣੀ ਹੈ ਆਪਣੀ। ਸਾਰੇ ਕਰੋ। ਚਲੋ ਠੀਕ ਹੈ, ਇਹ ਹੁਣ ਪਤਾ ਲੱਗ ਗਿਆ ਨਾ ਐਮੀਟਰ ਐਂਡ ਵੋਲਟਮੀਟਰ ਬਾਰੇ। ਐਮੀਟਰ ਦੀ ਕੀ ਰਹੇਗੀ ਰੈਜ਼ਿਸਟੈਂਸ 0, ਆਈਡੀਅਲ ਐਮੀਟਰ ਦੀ ਰੈਜ਼ਿਸਟੈਂਸ ਮੰਨਾਂਗੇ 0, ਜੇ ਗਿਵਨ ਹੋਏਗੀ ਤਾਂ ਆਪਾਂ ਉਹ ਮੰਨ ਲਾਂਗੇ। ਠੀਕ ਹੈ, ਤੇ ਜੇ ਐਮੀਟਰ ਦੀ ਰੀਡਿੰਗ ਪਤਾ ਕਰਨੀ ਹੈ ਇੱਥੇ, ਜੇ ਆਪਣੇ ਕੋਲ ਸਿਰਫ ਇੰਨਾ ਹੀ ਕਿਹਾ ਫਾਈਂਡ ਰੀਡਿੰਗ ਆਫ ਦਾ ਐਮੀਟਰ, ਦੈਨ ਆਪਾਂ ਐਮੀਟਰ ਦੀ ਰੈਜ਼ਿਸਟੈਂਸ 0 ਮੰਨ ਕੇ ਚੱਲਾਂਗੇ ਤੇ ਆਪਣਾ ਨਾਰਮਲ ਕੈਲਕੂਲੇਸ਼ਨ ਕਰਾਂਗੇ। ਜਿਵੇਂ ਆਪਾਂ ਆਰ ਇਫੈਕਟਿਵ ਵੋਲਟੇਜ ਤੇ ਕਰੰਟ ਦੀ ਡਿਵੀਜ਼ਨ ਕਰਕੇ ਜਿੰਨਾ ਕਰੰਟ ਇੱਧਰ ਆਇਆ I2, ਬਸ ਆਹੀ ਕਰੰਟ ਆਪਣਾ ਐਮੀਟਰ ਦੀ ਰੀਡਿੰਗ ਦੱਸੇਗਾ। ਜੇ ਐਮੀਟਰ ਦੀ ਤੁਹਾਨੂੰ ਦੱਸੀ ਹੋਈ ਹੈ 2 ohm 1 ohm ਜਿੰਨੀ ਮਰਜ਼ੀ, ਉਹਨੂੰ ਫਿਰ 6 ਨਾਲ ਐਡ ਕਰਕੇ ਫਿਰ ਆਪਣਾ ਇਹ ਸਾਰਾ ਕੰਮ ਇਫੈਕਟ ਹੋਊਗਾ। ਵੋਲਟਮੀਟਰ ਦੀ ਗੱਲ ਕਰੀਏ ਹੁਣ, ਵੋਲਟਮੀਟਰ ਕੀ ਕਰਦੇ ਆ ਆਪਾਂ, ਇਹਦੇ ਨਾਲ ਕੀ ਮੇਜਰ ਕਰਦੇ ਆ, ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦਾ 2 ਪੁਆਇੰਟ। ਠੀਕ ਹੈ, ਤੇ ਵੋਲਟਮੀਟਰ ਦਾ ਆਈਡੀਅਲ ਵੋਲਟਮੀਟਰ ਦੀ ਕਿੰਨੀ ਹੋਣੀ ਚਾਹੀਦੀ ਰੈਜ਼ਿਸਟੈਂਸ, ਕਿੰਨੀ ਹੋਣੀ ਚਾਹੀਦੀ ਹੈ, ਇਨਫਿਨਿਟੀ ਨੂੰ ਅਪਰੋਚ ਕਰਨੀ ਚਾਹੀਦੀ ਹੈ। ਠੀਕ ਹੈ, ਯਾਨੀ ਵੋਲਟਮੀਟਰ ਦੀ ਇੰਨੀ ਕੁ ਹੋਵੇ ਕਿ ਆਪਾਂ ਕਹੀਏ ਵੋਲਟਮੀਟਰ ਵਿੱਚੋਂ ਕੋਈ ਕਰੰਟ ਨਾ ਜਾਵੇ, ਕਿਉਂਕਿ ਵੋਲਟਮੀਟਰ ਨੂੰ ਅਸੀਂ ਕਿਵੇਂ ਲਗਾਉਂਦੇ ਆ ਸਰਕਟ ਦੇ ਵਿੱਚ, ਪੈਰਲਲ ਕਨੈਕਟਡ ਇਨ ਪੈਰਲਲ। ਇਹ 10th ਕਲਾਸ ਵੀ ਤੁਹਾਨੂੰ ਪੜਾਇਆ ਜਾਂਦਾ ਥੋੜਾ ਬਹੁਤਾ ਪੈਰਲਲ। ਸੋ ਮੰਨ ਲੈਂਦੇ ਆ ਕਿ ਆਪਣੇ ਕੋਲ ਆ ਬੈਟਰੀ ਹੈ, ਇਸ ਤਰ੍ਹਾਂ ਇਹੀ ਮੰਨ ਲੈਂਦੇ ਕਿ ਆਪਾਂ 2 ਰੈਜ਼ਿਸਟੈਂਸ ਲੱਗੇ ਹੋਏ ਨੇ। ਠੀਕ ਹੈ, ਤੇ ਇਹਦੇ ਅਕ੍ਰੋਸ ਮੰਨ ਲਓ ਇੱਥੇ ਆਪਾਂ ਵੋਲਟਮੀਟਰ ਫਾਈਂਡ ਆ 1 ਤੇ 2 ਪੁਆਇੰਟ ਦੇ ਵਿੱਚ ਆਪਾਂ ਨੂੰ ਪੋਟੈਂਸ਼ੀਅਲ ਡਿਫਰੈਂਸ ਪਤਾ ਕਰਨ ਨੂੰ ਕਿਹਾ। ਆਪਾਂ ਇਹਦੇ ਵਿੱਚ ਇਸ ਤਰ੍ਹਾਂ ਲਗਾਉਂਦੇ ਆ ਵੋਲਟਮੀਟਰ ਨੂੰ। ਠੀਕ ਹੈ, ਤੇ ਵੋਲਟਮੀਟਰ ਦੀ ਗੈਰ ਮੌਜੂਦਗੀ 'ਚ ਕੀ ਹੋਣਾ ਸੀ, ਜੇ ਵੋਲਟਮੀਟਰ ਇੱਥੇ ਨਾ ਹੁੰਦਾ ਤਾਂ ਜਿਹੜਾ ਕਰੰਟ ਇੱਥੋਂ ਨਿਕਲਣਾ ਸੀ ਇਸ ਬੈਟਰੀ ਤੋਂ, ਉਹ ਕਰੰਟ ਪੂਰਾ ਦਾ ਪੂਰਾ ਇਸ 1 ਤੋਂ ਇੱਧਰ ਐਂਟਰ ਕਰਨਾ ਸੀ ਕਿ ਨਹੀਂ, ਦੱਸੋ। ਯੈਸ ਸਰ। ਸੋ ਆਪਾਂ ਚਾਹੁੰਦੇ ਵੋਲਟਮੀਟਰ ਲਗਾਉਣ ਤੋਂ ਬਾਅਦ ਵੀ ਉੱਥੋਂ ਹੀ ਨਿਕਲੇ, ਤਾਂ ਕਿ ਉਹਦੇ ਅਕ੍ਰੋਸ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਕਰੰਟ ਇਨਟੂ ਦਿਸ ਰੈਜ਼ਿਸਟੈਂਸ ਉਹ ਸਿੱਧਾ ਸਿੱਧਾ ਕੈਲਕੂਲੇਟ ਹੋਵੇ ਆਪਣਾ। ਤਾਂ ਇਸ ਲਈ ਵੋਲਟਮੀਟਰ ਜਿਹੜਾ ਉੱਪਰ, ਜੇ ਵੋਲਟਮੀਟਰ ਦੀ ਰੈਜ਼ਿਸਟੈਂਸ ਘੱਟ ਹੋਈ, ਜਿੰਨੀ ਘੱਟ ਉਨਾ ਹੀ ਖਰਾਬ, ਕਿਉਂਕਿ ਜੇ ਇਹਦੀ ਮੰਨ ਲਓ ਆ ਵੋਲਟਮੀਟਰ ਦੀ ਰੈਜ਼ਿਸਟੈਂਸ ਘੱਟ ਹੋਈ ਤਾਂ ਇਸ ਕਰੰਟ ਦਾ ਕੁਝ ਹਿੱਸਾ ਉੱਪਰ ਨਹੀਂ ਚਲ ਜਾਏਗਾ ਨਾਲ ਇਹਦੇ, ਯੈਸ ਸਰ। ਤਾਂ ਇਹਦੇ ਚੋਂ ਕਰੰਟ ਘਟ ਜਾਏਗਾ, ਉਹਦੇ ਕਰਕੇ ਗਲਤ ਰੀਡਿੰਗ ਆਏਗੀ ਆਪਣੀ। ਆਪਣੀ ਰੀਡਿੰਗ ਤਾਂ ਫਿਰ ਉਹੀ ਆਏਗੀ I/R1 ਵਾਲੀ, ਉਹੀ ਇਹਦੇ ਕ੍ਰਾਸ ਤੇ ਇਹਦੇ ਕ੍ਰਾਸ, ਕਿਉਂਕਿ ਦੋਨੋਂ ਪੈਰਲਲ ਚ ਲੱਗੇ ਹੋਏ ਨੇ। ਵੋਲਟਮੀਟਰ ਨੂੰ ਸੀਰੀਜ਼ ਚ ਲਗਾ ਕੇ ਤਾਂ ਕੁਝ ਮੇਜਰ ਹੋਣਾ ਨਹੀਂ, ਵੋਲਟਮੀਟਰ ਹਮੇਸ਼ਾ ਪੈਰਲਲ ਚ ਲਗਾਉਂਦੇ ਆਪਾਂ। ਹੁਣ ਤੁਸੀਂ ਸੋਚ ਕੇ ਦੇਖੋ ਕਿ ਆਪਾਂ ਨੂੰ ਇਸੇ ਲਈ ਆਈਡੀਅਲ ਵੋਲਟਮੀਟਰ ਦਾ ਚਾਹੀਦਾ ਕਿ ਉਹਦਾ ਰੈਜ਼ਿਸਟੈਂਸ ਇਨਫਿਨਿਟੀ ਹੋਵੇ, ਤਾਂ ਕਿ ਜਿਹੜਾ ਕਰੰਟ ਹੈ ਇਹ ਉਹਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਵੀ ਨਾ ਕਰੇ, ਉੱਪਰੋਂ ਲੰਘੇ। ਸਮਝ ਲੱਗੀ ਗੱਲ? ਯੈਸ ਸਰ। ਤੋ ਪਰ ਜੇ ਤੁਹਾਨੂੰ ਮੰਨ ਲਓ, ਇਸ ਲਈ ਤੁਸੀਂ ਇਹ ਸੋਚ ਕੇ ਚੱਲੋਗੇ ਕਿ V ਹੈ ਹੀ ਨਹੀਂ ਇੱਥੇ, ਯਾਨੀ ਕਿ ਤੁਸੀਂ ਜਦੋਂ V ਦੀ ਤੁਹਾਨੂੰ ਨਹੀਂ ਦਿੱਤੀ ਹੋਈ ਰੈਜ਼ਿਸਟੈਂਸ, ਤਾਂ ਆਪਾਂ ਆਈਡੀਅਲ ਮੰਨ ਕੇ ਚੱਲ ਰਹੇ ਹਾਂ ਉਹਨੂੰ,
ਆਪਾਂ ਕਰੰਟ ਨੂੰ ਇਹ ਚੋਂ ਪਾਸ ਕਰਾਂਗੇ, ਉੱਪਰੋਂ ਨਹੀਂ ਪਾਸ ਕਰਾਵਾਂਗੇ। ਪਰ ਜੇ ਤੁਹਾਡਾ ਵੋਲਟਮੀਟਰ ਨਾ ਹੋਇਆ ਇਸ ਤਰ੍ਹਾਂ ਦਾ, ਵੋਲਟਮੀਟਰ ਤੁਹਾਡਾ ਰੀਅਲ ਹੋਇਆ, ਤਾਂ ਉਹ ਇਸ ਤਰ੍ਹਾਂ ਹੋਏਗਾ। ਮੰਨ ਲਓ ਜਸਟ ਫॉर द एग्जांपल ਲੈ ਲਓ ਕਿ ਮੰਨ ਲਓ ਆ ਇੱਕ 100 ਓਮ ਦਾ ਰੈਜ਼ਿਸਟਰ ਹੈ, ਆ ਹੈਗਾ ਮੰਨ ਲਓ 200 ਓਮਸ, ਇੱਥੇ ਆਪਣੇ ਬੈਟਰੀ ਲੱਗੀ ਹੋਈ ਹੈ 20 ਵੋਲਟ ਦੀ, ਉਹ ਵੀ ਜਿੰਨੀ ਮਰਜ਼ੀ ਹੋ ਸਕਦੀ ਹੈ, ਆਪਾਂ ਫਿਲਹਾਲ ਆਈ ਲਗਾ ਰਹੇ, ਤੇ ਇੱਥੋਂ ਕਰੰਟ ਆਈ ਜਾਏਗਾ। ਜੇ ਤੁਹਾਡਾ ਇੱਥੇ ਵੋਲਟਮੀਟਰ ਲੱਗਿਆ ਹੋਇਆ ਤੇ ਵੋਲਟਮੀਟਰ ਦੀ ਉਹਨੂੰ ਰੈਜ਼ਿਸਟੈਂਸ ਵੀ ਗਿਵਨ ਹੈ, ਦੈਨ ਤੁਹਾਨੂੰ ਸੋਚਣਾ ਪੈਣਾ। ਤਾਂ ਮੰਨ ਲਓ ਵੋਲਟਮੀਟਰ ਦੀ ਰੈਜ਼ਿਸਟੈਂਸ ਹੈਗੀ ਹੈ 600 ਓਮਸ, ਤਾਂ ਇਸ ਕਰੰਟ ਦਾ ਆਬਵੀਅਸਲੀ ਜ਼ਿਆਦਾ ਹਿੱਸਾ ਤਾਂ ਇੱਥੇ ਜਾਏਗਾ, ਕਿਉਂਕਿ ਉਹ 600 ਓਮ ਕਾਫੀ ਜ਼ਿਆਦਾ ਹੋ ਗਿਆ, ਪਰ ਕੁਝ ਹਿੱਸਾ ਤਾਂ ਜਾਏਗਾ ਨਾ। ਤਾਂ ਇੱਥੋਂ ਕੁਝ ਹਿੱਸਾ ਆਏਗਾ I1 ਤੇ ਉੱਪਰੋਂ ਜਾਏਗਾ I2। ਠੀਕ ਹੈ ਜੀ ਗੱਲ। ਤਾਂ ਤੁਹਾਡੀ ਵੋਲਟਮੀਟਰ ਰੀਡਿੰਗ ਜਿਹੜੀ ਹੈ ਕੀ ਆਏਗੀ ਦੱਸੋ? ਵੋਲਟਮੀਟਰ ਰੀਡਿੰਗ ਇੱਥੋਂ ਕਿਵੇਂ ਕੈਲਕੂਲੇਟ ਕਰੋਗੇ, ਬਸ ਆਈਡੀਆ ਦੱਸ ਦਿਓ ਮੈਨੂੰ। I ਤੇ I1 ਤੇ I2 ਦੀ ਫਾਰਮ ਦੇ ਵਿੱਚ ਬੋਲੋ। ਹੈ ਕੋਈ ਆਈਡੀਆ ਕਿਸੇ ਨੂੰ? ਸਰ ਜਿਹੜਾ 100 ਦੇਖੋ ਵੋਲਟਮੀਟਰ ਆਪਣਾ ਇਸ ਪੁਆਇੰਟ ਤੇ ਇਸ ਪੁਆਇੰਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਦੱਸਦਾ ਨਾ, ਹੈਨਾ? ਯੈਸ ਸਰ। ਵੋਲਟਮੀਟਰ ਰੀਡਿੰਗ ਆਪਣੀ ਕਈ ਤਰ੍ਹਾਂ ਆ ਸਕਦੀ, ਜਾਂ ਤਾਂ ਤੁਸੀਂ I1 ਕਰੰਟ ਲੈ ਲਓ, ਜਿੰਨਾ ਵੀ ਆਇਆ ਕੈਲਕੂਲੇਟ ਕਰ ਲਾਂਗੇ ਨਾ, ਆਪਾਂ ਨੂੰ ਵੀ ਪਤਾ ਹੋਏਗਾ, ਉਹਨੂੰ 100 ਓਮਸ ਨਾਲ ਮਲਟੀਪਲਾਈ ਕਰ ਦਿਓ, ਤਾਂ ਵੀ ਤੁਹਾਡੀ ਵੋਲਟਮੀਟਰ ਰੀਡਿੰਗ ਆ ਜਾਏਗੀ, ਹੈ ਕਿ ਨਹੀਂ? ਕਿਉਂਕਿ ਜਿੰਨਾ ਪੋਟੈਂਸ਼ੀਅਲ ਡਿਫਰੈਂਸ ਆ 2 ਪੁਆਇੰਟ 'ਚ ਹੋਏਗਾ, ਇਹਦੇ ਅਕ੍ਰੋਸ 100 ਓਮ ਦੇ ਅਕ੍ਰੋਸ, ਉਹੀ ਤਾਂ ਵੋਲਟਮੀਟਰ ਦੇ ਅਕ੍ਰੋਸ ਵੀ ਹੋਏਗਾ ਨਾ ਪੱਕਾ, ਕਿਉਂਕਿ ਦੋਨੋਂ ਪੈਰਲਲ 'ਚ ਨੇ। ਯੈਸ ਸਰ। ਤੇ ਜਾਂ ਤੁਸੀਂ ਐ ਕਰ ਲਓ ਵੀ I2 ਲੈ ਲਓ, ਕਰੰਟ ਜਿਹੜਾ ਉੱਪਰ ਗਿਆ ਵਾ, ਉਹਨੂੰ 600 ਓਮ ਨਾਲ ਮਲਟੀਪਲਾਈ ਕਰ ਦਿਓ, ਤਾਂ ਵੀ ਤੁਹਾਡੀ ਵੋਲਟਮੀਟਰ ਰੀਡਿੰਗ ਆ ਜਾਏਗੀ। ਤੇ ਤੀਸਰਾ ਐਂਡ ਬੜਾ ਜ਼ਰੂਰੀ, ਬੜਾ ਇੰਪੋਰਟੈਂਟ ਗੱਲ ਹੈ, ਤੁਸੀਂ ਇਹ ਕਰ ਲਓ ਕਿ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਨਾ ਮਿਲਾ ਕੇ, ਇਹਨਾਂ ਦੋਨਾਂ ਨੂੰ, ਇਹਨਾਂ ਦੀ ਜਗ੍ਹਾ ਤੇ ਇੱਕ R ਇਕੁਇਵਲੈਂਟ ਕੱਢ ਲਓ, ਤੇ ਇਹ ਮੰਨ ਲਓ ਕਿ ਉਹ ਜੋ I ਜਾ ਰਿਹਾ ਤੇ I ਨਿਕਲ ਰਿਹਾ ਬਸ ਦੂਜੇ ਪਾਸੇ। ਠੀਕ ਹੈ, R ਇਕੁਇਵਲੈਂਟ ਕੱਢਣਾ ਤੁਹਾਨੂੰ ਆਉਂਦਾ ਹੀ ਹੈ। ਫਿਰ ਉਹ R ਇਕੁਇਵਲੈਂਟ ਜਿਹੜਾ ਵੀ ਆਏਗਾ ਇੱਥੇ, ਉਹਦੇ ਨਾਲ ਫਿਰ I ਨੂੰ ਗੁਣਾ ਕਰੋ, ਤੇ ਤੁਹਾਡੇ ਇਹ ਤਿੰਨੋਂ ਹੀ ਆਨਸਰ ਬਿਲਕੁਲ ਸੇਮ ਆਣਗੇ। ਇਹ ਤੁਸੀਂ ਕਰਕੇ ਦੇਖ ਸਕਦੇ ਹੋ, ਚਾਹੇ V ਨੂੰ ਕੋਈ ਵੀ ਮਰਜ਼ੀ ਵੈਲਿਊ ਦੇ ਦਿਓ, V ਨੂੰ 1000 ਵੋਲਟ ਜਾਂ ਜੋ ਮਰਜ਼ੀ ਦੇ ਦਿਓ, ਤੇ ਤੁਸੀਂ ਕੈਲਕੂਲੇਟ ਕਰਕੇ ਦੇਖ ਲਿਓ, ਸੇਮ ਹੀ ਆਨਸਰ ਆਏਗਾ। ਇਹ ਗੱਲਾਂ ਸਮਝ ਆਣੀ ਚਾਹੀਦੀਆਂ, ਪਰ ਇਸ ਤਰ੍ਹਾਂ ਕਿਉਂ ਹੋਇਆ ਦੱਸੋ, ਸਮਝ ਆਇਆ ਕਿ ਨਹੀਂ? ਸਰ ਲਾਸਟ ਵਾਲਾ ਜਿਹੜਾ ਲਿਖਿਆ I equal into R equivalent, ਉਹ ਸਰ ਉਹ ਸਮਝਾ ਦਿਓ, ਬਾਕੀ ਆ ਗਿਆ। ਦੇਖੋ ਨਾ, ਆਪਣਾ ਜਿਹੜਾ ਸਰਕਟ ਹੁੰਦਾ ਨਾ, ਸਰਕਟ ਵਿੱਚ ਮੰਨ ਲਓ ਜੇ 2 R ਰੈਜ਼ਿਸਟੈਂਸ ਪੈਰਲਲ ਵਿੱਚ ਨੇ, ਤਾਂ ਇਹਨਾਂ ਦੀ ਜਗ੍ਹਾ ਤੇ ਆਪਾਂ ਇੱਕ R ਇਕੁਇਵਲੈਂਟ ਅਜ਼ਿਊਮ ਕਰ ਲਈਏ। ਠੀਕ ਹੈ, 600 ਤੇ 100 ਦਾ R ਇਕੁਇਵਲੈਂਟ ਪਤਾ ਕਰ ਲਓ, 600 ਗੁਣਾ 100 ਬਟਾ 600 ਜਮਾ 100, ਹਨਾ? ਹਾਂਜੀ, ਉਹਦੇ ਵਿੱਚੋਂ ਪਾਸ ਕਰਨ ਵਾਲਾ ਕਰੰਟ ਫਿਰ ਪੂਰਾ I ਹੋਇਆ ਨਾ R ਇਕੁਇਵਲੈਂਟ ਵਿੱਚੋਂ, ਤਾਂ ਤੁਸੀਂ ਇੱਥੇ I ਨੂੰ ਵਰਤ ਕੇ ਉਸ R ਇਕੁਇਵਲੈਂਟ ਨਾਲ ਗੁਣਾ ਕਰ ਦਿਓ, ਤਾਂ ਇਸ ਪੂਰੇ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਆ ਜਾਏਗਾ। ਆਪਾਂ ਇੱਕ ਕੁਐਸਚਨ ਕਰ ਲੈਣੇ ਆ, ਖੜ ਜਾ ਕੁਐਸਚਨ ਕਰਦੇ ਹਾਂ। ਦੇਖੋ ਸਾਰੇ ਕੁਐਸਚਨ ਦੇਖੋ, ਇੱਕ ਜਿਵੇਂ ਕਿ ਮੰਨ ਲਓ ਇੱਥੇ ਇੱਕ ਰੈਜ਼ਿਸਟੈਂਸ ਹੈਗੀ ਆ 6 ਓਮਸ, ਠੀਕ ਹੈ, ਇੱਥੇ ਹੈਗੀ ਹੈ ਮੰਨ ਲਓ 3 ਓਮਸ, ਠੀਕ ਹੈ, ਤੇ ਇੱਥੇ ਹੈਗੀ ਹੈ ਮੰਨ ਲਓ ਇੱਥੇ ਵੀ 3 ਓਮਸ, ਇਹਦੇ ਅਕ੍ਰੋਸ ਆਪਾਂ ਬੈਟਰੀ ਲਗਾ ਦਿੰਦੇ ਆ ਇੱਕ 20 ਵੋਲਟ ਦੀ। ਠੀਕ ਹੈ, ਤੇ ਮੈਂ ਪੋਟੈਂਸ਼ੀਅਲ ਡਿਫਰੈਂਸ ਫਾਈਂਡ ਕਰਨਾ ਚਾਹੁੰਦਾ ਇਸ ਪੁਆਇੰਟ ਤੇ ਇਸ ਪੁਆਇੰਟ ਦੇ ਵਿੱਚ, ਤੇ ਤੁਹਾਨੂੰ ਇਹ ਪਤਾ ਹੈ ਕਿ ਆਹ ਦੋਨੋਂ ਰੈਜ਼ਿਸਟੈਂਸ ਕਿਉਂਕਿ ਆਪਸ ਪੈਰਲਲ ਨੇ, ਤਾਂ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਇਹਦੇ ਅਕ੍ਰੋਸ ਹੈ ਉਹੀ ਇਹਦੇ ਅਕ੍ਰੋਸ ਹੈ। ਇਹ ਤਾਂ ਗੱਲ ਕਲੀਅਰ ਹੈ ਕਿ ਨਹੀਂ? Yes, sir. ਤੁਸੀਂ ਸਰਕਟ ਨੂੰ ਸੋਲਵ ਕਰਨਾ ਜਦੋਂ ਸ਼ੁਰੂ ਕਰਦੇ ਹੋ, ਜਿਵੇਂ ਉੱਥੇ C ਇਫੈਕਟਿਵ ਤੋਂ ਬਿਨਾ ਸ਼ੁਰੂ ਨਹੀਂ ਹੁੰਦਾ ਸੀ, ਇੱਥੇ R ਇਫੈਕਟਿਵ ਤੋਂ ਬਿਨਾ ਨਹੀਂ ਹੋਣਾ। R ਇਫੈਕਟਿਵ ਕੀ ਆਏਗਾ? ਪਹਿਲਾਂ ਤਾਂ ਇਹ ਕਰ ਲਓ 6 ਗੁਣਾ 3 ਬਟਾ 6 ਜਮਾ 3 ਕਿੰਨਾ ਹੋ ਗਿਆ? 5 ਓਮ ਆਏਗਾ R ਇਫੈਕਟਿਵ। ਕਿੰਨਾ ਆ ਗਿਆ? 5 ਓਮ। 5 ਓਮ ਆਏਗਾ ਸਿੱਧਾ ਹੀ।
ਤੇ ਫਿਰ ਜਿਹੜਾ ਕਰੰਟ ਪਾਸ ਕਰਨ ਵਾਲਾ ਹੈਗਾ ਬੈਟਰੀ ਚੋਂ ਨਿਕਲਣ ਵਾਲਾ ਕਰੰਟ ਉਹ ਕਿੰਨਾ ਆਏਗਾ? ਇਹ ਬੈਟਰੀ ਵਾਲਾ ਕਰੰਟ ਆਉਂਦਾ ਹੈ सर 4 एम्पियर। ਹਾਂਜੀ 4 ਐਂਪੀਅਰ। ਸੋ 4 ਐਂਪੀਅਰ ਕਰੰਟ ਇੱਥੋਂ ਨਿਕਲਿਆ, ਇੱਥੇ ਤੱਕ ਪਹੁੰਚਿਆ। ਹੁਣ ਮੈਨੂੰ ਗੁਰਾਂਸ਼ ਤੂੰ ਦੱਸੇਗਾ 4 ਐਂਪੀਅਰ ਵਿੱਚੋਂ ਕਿੰਨਾ ਉੱਪਰ ਜਾਏਗਾ ਕਿੰਨਾ ਨੀਚੇ ਜਾਏਗਾ? ਸਰ वही पिछले वाला फॉर्मूला लाना। ਲਗਾ ਫਿਰ, हाँ जी सर। ਲਗਾਓ। ਵੈਸੇ ਤਾਂ ਇਹ ਬੜੀ ਫਾਸਟ ਹੋ ਜਾਣਾ ਕੰਮ ਜਦੋਂ ਤੁਸੀਂ ਆਪ ਹੀ ਅੰਦਾਜ਼ਾ ਲਾਉਣ ਲੱਗੇ ਨਾ। 5/3 ਇਹਦੇ 3 ਹਿੱਸੇ ਕਰਨੇ ਪੈਣੇ 6 ਤੇ 3 ਨਾ, ਉੱਪਰ 2 ਹਿੱਸੇ ਨੇ, ਨੀਚੇ 1 ਹਿੱਸਾ ਰੈਜ਼ਿਸਟੈਂਸ ਦਾ ਹੈਗਾ। ਮਤਲਬ ਕਰੰਟ ਦਾ ਉੱਪਰ 1 ਹਿੱਸਾ ਜਾਊਗਾ, ਨੀਚੇ 2 ਹਿੱਸੇ ਜਾਣਗੇ, ਪੁੱਠਾ ਜਾਂਦਾ ਨਾ। हाँ जी। ਤੇ ਕਰੰਟ ਦੇ 3 ਹਿੱਸੇ ਕਰੋਗੇ 4/3 ਹੋ ਗਿਆ, और 2 हिस्से ऊपर गए तो ऊपर जाएगा कितना? 4/3 ही जाएगा ऊपर। हाँ जी। 2 हिस्से नीचे गए, इतने कितना जाऊगा? 8/3। समझ लगी गल? हाँ जी। हुण मैं जे आ 2 पॉइंट्स ਦੀ पोटेंशियल डिफरेंस देखना चाहा ਤਾਂ देखो सीधे ही मैं ਇਹਨੂੰ ਕਰ ਲਵਾਂ, ਆ ਵਾਲੇ ਕਰੰਟ ਨੂੰ ਆ ਵਾਲੀ ਰੈਜ਼ਿਸਟੈਂਸ ਨਾਲ ਗੁਣਾ ਕਰੋ ਨਾ, IR ਕਰੋ ਤੇ पोटेंशियल डिफरेंस ਇਹਦੇ ਅਕ੍ਰੋਸ ਆ ਜਾਊਗਾ ਨਾ। ਕਿੰਨਾ ਆ ਗਿਆ? 8 ਵੋਲਟ ਆ ਗਿਆ ਕਿ ਨਹੀਂ? ਦੱਸੋ ਗੁਰਾਂਸ਼। हाँ जी सर। ऊपर वाले करंट ਨੂੰ ਉੱਪਰ ਵਾਲੇ ਰੈਜ਼ਿਸਟੈਂਸ ਨਾਲ ਗੁਣਾ ਕਰੋ ਤਾਂ ਵੀ 8 ਵੋਲਟ ਹੀ ਆ ਰਿਹਾ ਕਿ ਨਹੀਂ? हाँ जी। ਤੇ ਆਣਾ ਵੀ ਤਾਂ ਚਾਹੀਦਾ ਨਾ, ਦੋਨੋਂ ਪੈਰਲਲ ਚ ਨੇ, ਉਹਨਾਂ ਦੇ ਵੋਲਟੇਜ ਵੱਖਰੇ ਵੀ ਕਿਵੇਂ ਹੋ ਸਕਦੇ ਸੀ, ਹਨਾ? हाँ जी। ਤੇ ਜੇ ਮੈਂ ਇਹ ਕਹਾਂ ਕਿ ਮੈਂ 6 ਤੇ 3, ਜਿਵੇਂ ਐ ਮੰਨ ਲਵਾਂ ਕਿ ਆ 4 ਐਂਪੀਅਰ ਆਇਆ ਤੇ 6 ਤੇ 3 ਨੂੰ ਗਾਇਬ ਕਰਕੇ ਉਹਦੀ ਜਗ੍ਹਾ ਤੇ 1 ਹੀ ਲਿਖਣਾ ਚਾਹਾਂ ਤਾਂ ਵੀ ਤਾਂ ਲਿਖ ਸਕਦਾ ਕਿ ਨਹੀਂ? हाँ जी सर। ਆਰ ਇਕੁਇਵਲੈਂਟ ਆ ਤੇ ਉਹਦੇ ਵਿੱਚੋਂ ਮੈਂ ਪੂਰਾ ਕਰੰਟ 4 ਐਂਪੀਅਰ ਹੀ ਜਾ ਕੇ ਨਿਕਲ ਰਿਹਾ ਇੱਕ ਤਰ੍ਹਾਂ। यस सर। ਤੇ 4 ਦੂਣੀ ਕਿੰਨਾ ਹੋਇਆ? 8। 8। ਆਹੀ ਕਹਿ ਰਹੇ ਸੀ, ਠੀਕ ਹੈ। हाँ जी। ਆ ਮੈਂ ਕਹਿ ਰਿਹਾ ਸੀ ਕਿ ਜਾਂ ਤਾਂ ਤੁਸੀਂ ਆ I1 ਨੂੰ 100 ਨਾਲ ਗੁਣਾ ਕਰ ਦਿਓ ਤਾਂ ਵੀ ਵੋਲਟਮੀਟਰ ਰੀਡਿੰਗ ਆ ਜਾਊਗੀ, 600 ਨੂੰ I2 ਨਾਲ ਗੁਣਾ ਕਰ ਦਿਓ ਤਾਂ ਵੀ ਆ ਜਾਊਗੀ, ਜਾਂ ਫਿਰ ਤੁਸੀਂ R ਇਕੁਇਵਲੈਂਟ ਦੋਨਾਂ ਦੀ ਪਤਾ ਕਰਕੇ ਇਸ ਪੂਰੇ ਸਰਕਲ ਵਿੱਚ ਜੋ ਮੈਂ ਲਿਖਿਆ ਉਹਨੂੰ I ਨਾਲ ਹੀ ਗੁਣਾ ਕਰ ਦਿਓ ਤਾਂ ਵੀ ਆ ਜਾਊਗੀ, ਇੱਕ ਹੀ ਆਊਗਾ ਆਨਸਰ ਹਰ ਵਾਰ। ਪਰ ਜੇ ਇਹ ਆਈਡੀਅਲ ਵੋਲਟਮੀਟਰ ਹੁੰਦਾ ਤਾਂ ਤੁਹਾਡਾ ਇਹ 600 ਵਿੱਚੋਂ ਤਾਂ ਉੱਪਰ ਕੋਈ ਕਰੰਟ ਜਾਣਾ ਨਹੀਂ ਸੀ, ਇਹਨੂੰ ਛੱਡ ਦਿੰਦੇ ਤੁਸੀਂ। ਆ I ਕਰੰਟ ਨੂੰ ਸਿੱਧਾ ਇੱਥੋਂ 100 ਓਮ ਚੋਂ ਕਢਾ ਦਿੰਦੇ ਪੂਰੀ, ਹਨਾ? ਸਮਝ ਲੱਗੀ ਗੱਲ? ਤੇ ਇੱਥੇ I ਇਫੈਕਟ ਹੋਇਆ ਉਸ 600 ਕਰਕੇ, ਉੱਥੇ ਫਿਰ I ਇਫੈਕਟ ਨਹੀਂ ਸੀ ਕਰਨਾ ਆਪਾਂ 600 ਕਰਕੇ, ਕਿਉਂਕਿ ਉਹ ਚੋਂ ਕਰੰਟ ਜਾਣਾ ਹੀ ਨਹੀਂ ਸੀ। ਸਮਝ ਲੱਗੀ ਗੱਲ? ਕੋਈ ਕੁਝ ਪੁੱਛ ਰਿਹਾ? हिमानी नहीं सर। समझ लगी गल? हाँ जी सर, हाँ जी। तो ये बस है कि ये बहुत सिंपल ने चीज़ां, ये तो कुछ भी नहीं है, बस सब तो बेसिक सर्किट है, एक बैटरी लगी हुई है ना, कुछ बताओ यूज कर रहे हैं। दूसरा एक बड़ी इंपॉर्टेंट चीज तुहानू पता होनी चाहिए है कि जिहड़ी बैटरी हुंदी है ना अपनी, या सैल हुंदा है, जो सैल बारे कलेक्शन ऑफ सैल्स नू बैटरी कह दिंदे आपां। कई बार इत्थे तां मैं लिखदा नीचे बनांदा सैल ना, बोलदा बैटरी होना, कई बार पर तुहानू पता होना चाहिए सैल विच एक सैल हुंदा बस इस तरह, दिस इज कॉल्ड सैल, ठीक है। जिहड़ी बैटरी हुंदी है, बैटरी च सैल एक तो ज्यादा हो सकते हैं, वो हो सकता इस तरह 2 होण या 3 होण या 4 होण, इस तरह हो सकते हैं, या फिर वो किसी तरह होर तरह भी कनैक्टेड हो सकते हैं इस तरह, तां भी इहनूं बैटरी कह देवांगे आपां इस तरह। अभी बैटरी है, पर आप ज़्यादातर इस तरह की बैटरी यूज करते, सीरीज वाली इनू नहीं यूज करते। आप हुणे करांगे कॉम्बिनेशन ऑफ सैल्स भी, फिर दसूंगा तुहानूं। ते सैल दे विच की आ, इस सैल दे विच इहनूं कहंदे ने आइडियल सैल। आइडियल सैल क्यों कहने आ? क्योंकि आइडियल सैल असीं मान के चलते हैं कि सैल दे अपने अंदर, सैल देखो ना तुसीं, जिहड़ा सैल हुंदा तुसीं इलैक्ट्रोकैमिस्ट्री पढ़ ली ना, यस सर। ਉਹਦੇ ਚ ਤੁਸੀਂ ਪढ़ रहे हो ना, सैल दे अंदर सॉल्यूशन हुंदा ना, आयन्स ਹੁੰਦੇ ਨੇ, ਆਕਸੀਡੇਸ਼ਨ ਰਿਡਕਸ਼ਨ ਹੁੰਦੀ ਹੈ ਨਾ, ਇਲੈਕਟ੍ਰੋਡਸ ਹੁੰਦੇ ਨੇ ਦੋ, ਜਿਹੜੇ ਇਲੈਕਟ੍ਰੋਡਸ ਨੇ ਤੇ ਜਿਹੜੇ ਅੰਦਰ ਸੋਲੂਸ਼ਨ ਹੈਗਾ ਆਇਨਸ ਨੇ, ਉਹ ਵੀ ਜਦੋਂ ਮੋਸ਼ਨ ਚ ਹੁੰਦੇ ਨੇ ਤੇ ਉਹ ਵੀ ਤਾਂ ਇੱਕ ਦੂਜੇ ਨਾਲ ਟਕਰਾਉਂਦੇ ਹੋਣਗੇ ਨਾ। यस सर। ਤੇ ਉਹਦੇ ਕਰਕੇ ਸੈਲ ਦੇ ਆਪਣੇ ਅੰਦਰ ਵੀ ਤਾਂ ਇੱਕ ਰੈਜ਼ਿਸਟੈਂਸ ਹੋਏਗੀ ਨਾ। ਪਰ ਜਦੋਂ ਅਸੀਂ ਹੁਣ ਬਣਾ ਰਹੇ ਹਾਂ, ਇੱਥੇ ਦੇਖੋ ਇਧਰ
ਆਪਾਂ ਬਾਹਰਲੇ ਰੈਜ਼ਿਸਟੈਂਸ ਬੜੀ ਆਪਾਂ ਸੋਚ ਰਹੇ ਹਾਂ, ਅੰਦਰ ਜਿਹੜੀ ਇਹਦੇ ਅੰਦਰ ਵੀ ਤਾਂ ਰੈਜ਼ਿਸਟੈਂਸ ਹੋਏਗੀ ਨਾ, ਜਿਹਦੇ ਬਾਰੇ ਆਪਾਂ ਗੱਲ ਹੀ ਨਹੀਂ ਕਰ ਰਹੇ ਕੋਈ। ਸੋ ਆਪਾਂ ਜਿਸ ਬੈਟਰੀ ਦੀ ਗੱਲ ਕਰ ਰਹੇ ਹਾਂ ਇਹਨੂੰ ਆਈਡੀਅਲ ਸੈੱਲ ਬੋਲਦੇ ਆ ਜਾਂ ਆਈਡੀਅਲ ਬੈਟਰੀ ਬੋਲਦੇ ਆ, ਜਿਹਦੇ ਵਿੱਚ ਕੀ ਇੰਟਰਨਲ ਰੈਜ਼ਿਸਟੈਂਸ ਨੂੰ ਆਪਾਂ ਇਗਨੋਰ ਕਰਦੇ ਹਾਂ। ये मान के चले अंदर है ही नहीं, पर इस तरह का कुछ हो नहीं सकता। कोई भी बैटरी या कोई भी सेल बिना इंटरनल रेजिस्टेंस दे नहीं हो सकती। तो इंटरनल रेजिस्टेंस ऑफ अ बैटरी या सेल की होता है इंटरनल रेजिस्टेंस, ठीक है। इट इज डिफाइंड एज रेजिस्टेंस ऑफर्ड बाय electrodes and और की होता इलेक्ट्रोलाइट होता ना, Yes, sir. ठीक है, इनसाइड द सेल। सो ਜਿਹੜੇ ਵੀ ਇਲੈਕਟ੍ਰੋਡਸ ਹੁੰਦੇ ਨੇ ਜਾਂ ਉਹਦੇ ਅੰਦਰ ਇਲੈਕਟ੍ਰੋਲਾਈਟ ਸੋਲੂਸ਼ਨ ਹੁੰਦਾ ਆ, ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਕਰਕੇ ਟੋਟਲ ਰੈਜ਼ਿਸਟੈਂਸ ਬਣਦਾ ਆ ਸੈਲ ਦੇ ਅੰਦਰ ਹੀ, ਉਸ ਨੂੰ ਬੋਲਦੇ ਨੇ ਇੰਟਰਨਲ ਰੈਜ਼ਿਸਟੈਂਸ। ਤੇ ਆਬਵੀਅਸਲੀ ਅਸੀਂ ਸੈੱਲ ਇਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਅੰਦਰ ਘੱਟ ਤੋਂ ਘੱਟ ਇੰਟਰਨਲ ਰੈਜ਼ਿਸਟੈਂਸ ਹੋਵੇ, ਜ਼ਿਆਦਾ ਵਧੀਆ ਸੈੱਲ ਨਹੀਂ ਤਾਂ ਅੰਦਰ ਹੀ ਉਹਦੇ ਬਹੁਤ ਸਾਰਾ ਡ੍ਰੌਪ ਹੋਏਗਾ, ਬਾਹਰ ਉਹ ਬਾਹਰਲੇ ਸਰਕਟ ਨੂੰ ਘੱਟ ਪ੍ਰੋਵਾਈਡ ਕਰ ਪਾਏਗਾ। ਹੁਣ ਇਹਦੇ ਨਾਲ ਕਈ ਚੀਜ਼ਾਂ ਹੁੰਦੀਆਂ ਨੇ। ਇੰਟਰਨਲ ਰੈਜ਼ਿਸਟੈਂਸ ਦੀ ਵਜ੍ਹਾ ਨਾਲ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਸਾਨੂੰ ਸਮਝਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਜੇ ਆਈਡੀਅਲ ਬੈਟਰੀ ਦਾ ਸਰਕਟ ਤੁਸੀਂ ਕਰੋਗੇ ਤਾਂ ਕਿਵੇਂ ਸੋਲਵ ਕਰੋਗੇ? ਦੇਖੋ, ਇੱਕ ਆਈਡੀਅਲ ਬੈਟਰੀ ਹੈ, ਇਸ ਤਰ੍ਹਾਂ ਲੱਗੀ ਹੋਈ ਹੈ, ਇਹਦੇ ਚ ਕੁਝ ਵੀ ਸ਼ੋ ਨਹੀਂ ਕਰ ਰਿਹਾ ਮੈਂ, ਹੋਰ ਬਸ ਇਹਨੂੰ ਲਿਖਤਾ ਮੈਂ 10 ਵੋਲਟ। ਇਹਦਾ ਮਤਲਬ ਕੀ ਹੈ ਵੀ ਇਹ 10 ਵੋਲਟ ਕਰੰਟ ਇਹ ਚੋਂ ਦੇਗੀ, ਤੇ ਬਾਹਰ ਰੈਜ਼ਿਸਟੈਂਸ ਹੈਗੀ ਮੰਨ ਲਓ 5 ਓਮ। ਤਾਂ ਤੁਸੀਂ ਦੱਸੋ ਇਹਦੇ ਚੋਂ ਕਿੰਨਾ ਕਰੰਟ ਪਾਸ ਕਰੇਗਾ? 2 एम्पियर। पर जे मैं कहा कि बैटरी जी है ये आइडियल नहीं है, बल्कि इस बैटरी के अंदर कुछ रेजिस्टेंस भी है, तो उस रेजिस्टेंस ਨੂੰ बैटरी ਦੇ ਵਿੱਚ ਐ ਸ਼ੋ ਕਰ ਦਿੱਤਾ ਜਾਂਦਾ। ਕਈ ਵਾਰ बैटरी ਦੇ ਨੀਚੇ ਸ਼ੋ ਕਰ ਦਿੰਦੇ, ਇੱਥੇ ਐ ਛੋਟਾ ਜਿਹਾ ਬਣਾ ਕੇ ਨਾ ਤੇ ਉਹਨੂੰ ਲਿਖ ਦਿੰਦੇ ਆ ਨਾਲ ਮੰਨ ਲਓ 1 ਓਮ। ਤਾਂ ਮਤਲਬ ਬੈਟ ਤੇ ਹੈਗੀ बैटरी 10 ਵੋਲਟ ਲਿਖਿਆ ਹੈ, ਤਾਂ ਮਤਲਬ बैटरी ਦੇ ਅੰਦਰ 1 ओम ਦਾ ਰੈਜ਼ਿਸਟਰ ਅੰਦਰ ਵੀ ਹੈ। ਤੇ ਤੁਸੀਂ ਦੱਸੋ ਆ ਜਿਹੜਾ 1 ओम ਹੈ ਇਹ 5 ओम ਦੇ ਨਾਲ ਪੈਰਲਲ ਚ ਲਿਆ ਜਾਵੇ ਕਿ ਸੀਰੀਜ਼ ਚ? ਸੀਰੀਜ਼, ਕਿਉਂਕਿ ਜਿਹੜਾ ਕਰੰਟ ਆ ਪਾਸ ਕਰ ਰਿਹਾ ਬਾਹਰਲੇ ਸਰਕਟ ਚੋਂ ਬਿਲਕੁਲ ਉਹ ਪੂਰੀ ਸਾਰੀ ਬਾਹਰਲੀ ਰੈਜ਼ਿਸਟੈਂਸਿਸ ਦੇ ਨਾਲ ਇਹੀ 1 ओम ਚੋਂ ਪਾਸ ਕਰ ਰਿਹਾ ਨਾ, ਅੰਦਰੋਂ ਵੀ ਅੰਦਰ ਆ 1 ओम ਦੇ ਅੰਦਰ ਹੈ ਬੇਸਿਕਲੀ, ਠੀਕ ਹੈ। यस सर। ਤਾਂ ਇੱਥੇ ਜਿਹੜਾ ਤੁਹਾਡਾ R ਇਕੁਇਵਲੈਂਟ ਹੋਏਗਾ ਕਿੰਨਾ ਹੋਏਗਾ? 6 ओम। हाँ 6 ओम होएगा। तो थोड़ा करंट इफेक्ट हो गया ना इसके नाल। यस सर। कितना आया? 5 that is 1.66 एम्पीयर। समझ लगी गल? अदरवाइज कितना आ रहा सी 2 एम्पीयर। पर अपनी इंटरनल रेजिस्टेंस ने करंट ਨੂੰ ਅਫੈਕਟ ਕਰ ਦੇਣਾ ਹੁੰਦਾ ਹੈ। ਇਹ ਬਹੁਤ ਬਹੁਤ ਜ਼ਰੂਰੀ ਗੱਲ ਹੈ, ਬਹੁਤ ਇੰਪੋਰਟੈਂਟ ਗੱਲ ਹੈ। ਦੱਸੋ ਕਲੀਅਰ ਹੋਈ ਸਭ ਨੂੰ ਗੱਲ ਇਹ? Yes sir। ਤੇ ਬੈਟਰੀ ਨੂੰ ਅਸੀਂ ਜਿਹੜਾ ਇੰਟਰਨਲ ਰੈਜ਼ਿਸਟੈਂਸ ਹੈ ਆਪਾਂ EMF EMF ਦੱਸਿਆ ਹੁੰਦਾ ਨਾਲ, ਇਹਨੂੰ ਅਸੀਂ ਲੈ ਕੇ ਚੱਲਦੇ ਹਾਂ। EMF ਤੇ ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਕੀ ਫਰਕ ਹੈ ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਪਰ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਕਿ ਜੇ ਕੋਈ ਬੈਟਰੀ ਤੁਸੀਂ ਲਗਾਈ ਹੈ ਇਸ ਤਰ੍ਹਾਂ ਦੀ, ਠੀਕ ਹੈ, ਤਾਂ ਉਹ ਬੈਟਰੀ ਨੂੰ ਅਸੀਂ ਸਰਕਟ 'ਚ ਕਿਵੇਂ ਕਿਵੇਂ ਸ਼ੋ ਕਰ ਸਕਦੇ ਹਾਂ। ਇੱਕ ਤਾਂ ਇਹ ਤਰੀਕਾ ਰੀਅਲ ਬੈਟਰੀ ਨੂੰ ਸ਼ੋ ਕਰਨ ਦਾ, ਤੁਸੀਂ ਇੱਕ ਤਾਂ ਤਰੀਕਾ ਹੈ ਕਿ ਐ ਸ਼ੋ ਕਰ ਦੋ ਬੈਟਰੀ ਨੂੰ ਜਾਂ ਸੈੱਲ ਨੂੰ, ਔਰ ਸੈੱਲ ਵੀ ਕਹਿ ਸਕਦੇ ਹਾਂ। ਤੇ ਇਹਦੇ ਨਾਲ ਇੱਥੇ ਨੀਚੇ ਇੱਥੇ ਛੋਟਾ ਜਿਹਾ ਨਾਲ ਰੈਜ਼ਿਸਟੈਂਸ R ਸ਼ੋ ਕਰ ਦਿੰਦੇ ਤੇ ਦੱਸ ਦਿੰਦੇ ਕਿੰਨਾ। ਸੋ ਇਹਨੂੰ ਤੁਸੀਂ ਸਰਕਟ ਜਿੱਥੇ ਲਗਾਓਗੇ ਐਂ ਹੀ ਲਗਾਓਗੇ। ਜਿਵੇਂ ਇਹ ਹੋ ਸਕਦਾ ਕਿ ਮੰਨ ਲਓ ਤੁਸੀਂ ਬੈਟਰੀ ਐ ਲਗਾਈ, ਰੈਜ਼ਿਸਟੈਂਸ ਆ ਬੈਟਰੀ ਇਹਦੇ ਨੀਚੇ ਇੱਥੇ ਸ਼ੋ ਕੀਤਾ ਹੋਣਾ ਉਹਨਾਂ ਨੇ ਥੋੜਾ ਜਿਹਾ, ਬਸ ਉਹਨੂੰ ਛੱਡ ਦੇਣਗੇ। ਫਿਰ ਮੰਨ ਲਓ ਇੱਥੇ ਆਏ, ਇੱਥੇ ਵੀ ਇੱਕ ਬੈਟਰੀ ਲਗਾਈ ਇਸ ਤਰ੍ਹਾਂ, ਤੇ ਇਹਦੇ ਨੀਚੇ ਵੀ ਇੱਥੇ ਸ਼ੋ ਕੀਤਾ ਹੁੰਦਾ ਥੋੜਾ ਜਿਹਾ ਰੈਜ਼ਿਸਟੈਂਸ,
ठीक है। ਹੁਣ ਮੰਨ ਲਓ ਆ E1 ਇਹਦਾ EMF ਦੱਸਿਆ ਹੈ, ਇਹ ਸਮਾਲ r1 ਹੈ, ਇਹ ਮੰਨ ਲਓ ਕੈਪੀਟਲ R1 ਹੈ, ਇਹ ਮੰਨ ਲਓ ਸਮਾਲ r2 ਹੈ, ਇਹਦਾ EMF ਮੰਨ ਲਓ ਕੈਪੀਟਲ E2 ਹੈ। ਫਿਰ ਇਸ ਤਰ੍ਹਾਂ ਆ, ਇੱਥੇ ਇਸ ਤਰ੍ਹਾਂ ਆ ਮੰਨ ਲਓ R2 ਹੈ। ਸਮਝ ਲੱਗ ਰਹੀ ਗੱਲ? Yes, Yes. sir. ਇਹ ਸਰਕਟ ਨਾਲ ਪਰ ਮਤਲਬ ਕੀ ਹੁੰਦਾ ਹੈ, ਜਿਵੇਂ ਇਹਦੀ ਬਜਾਏ ਕਈ ਵਾਰ ਕਿਵੇਂ ਸ਼ੋ ਕਰਦੇ ਨੇ, ਬੈਟਰੀ ਨੂੰ ਐ ਸ਼ੋ ਕਰਦੇ ਨੇ, ਦੇਖੋ ਐ ਲਗਾ ਕੇ ਸੈੱਲ ਨੂੰ, ਉਹਦੇ ਨਾਲ ਇੱਧਰ ਜਾਂ ਇੱਧਰ ਕੋਈ ਫਰਕ ਨਹੀਂ ਪੈਂਦਾ, ਚਾਹੇ ਇੱਧਰ ਸ਼ੋ ਕਰ ਚਾਹੇ ਇੱਧਰ, ਐ ਸ਼ੋ ਕਰ ਦਿੰਦੇ ਨੇ ਸਮਾਲ r ਤੇ e। ਇਹ ਵੀ ਇੱਕ ਰੀਅਲ ਬੈਟਰੀ ਦਾ ਸਹੀ ਰਿਪਰੈਜ਼ੈਂਟੇਸ਼ਨ ਹੀ ਹੈ, ਕਿਉਂਕਿ ਦੋਨਾਂ ਦਾ ਮਤਲਬ ਉਹੀ ਹੈ। ਕਲੀਅਰ ਹੈ ਗੱਲ? ਇਹ ਆ ਵੀ ਤੇ ਆ ਵੀ, ਆ ਦੋਨੋਂ ਠੀਕ ਹੈ। ਸਮਝ ਲੱਗੀ? Yes, sir. ਇਹਦੇ ਨਾਲ ਕੀ ਹੁੰਦਾ, ਕੰਮ ਕਰਨਾ ਥੋੜਾ ਸੌਖਾ ਹੋ ਜਾਂਦਾ ਕਿ ਇਕੁਏਸ਼ਨ ਬਣਾਉਣੀ ਹੈ, ਕਿਉਂਕਿ r ਨੇ ਆਣਾ ਦਾ ਸੀਰੀਜ਼ ਹੀ ਹੁੰਦਾ ਨਾ, ਜਿਹੜੀ ਵੀ ਚੀਜ਼ ਨਾਲ, ਜਿਹੜੇ ਵੀ ਬਾਕੀ ਐਕਸਟਰਨਲ ਲੋਡ ਨਾਲ। ਇਸੇ ਸਰਕਟ ਨੂੰ ਫਿਰ ਐ ਸ਼ੋ ਕਰ ਸਕਦੇ ਆਪਾਂ। ਦੇਖੋ ਇੱਥੇ R1 ਜਿਵੇਂ ਸੀਗਾ ਪਹਿਲੇ ਰੱਖੋ, ਉਹਦੇ ਨਾਲ ਚਾਹੇ ਇੱਥੇ ਹੀ ਸ਼ੋ ਕਰ ਦੋ R1 ਤੇ ਬੈਟਰੀ ਨੂੰ ਬਿਲਕੁਲ ਉਵੇਂ ਉਸੇ ਬੈਟਰੀ ਐ ਲਗਾ ਦੋ E1, ਬਸ ਇੱਥੇ ਵੀ ਚਾਹੋ ਤਾਂ ਇੱਥੇ ਸ਼ੋ ਕਰ ਲਓ, ਐ ਸ਼ੋ ਕਰ ਲਓ R2 ਤੇ ਆ ਬੈਟਰੀ ਲੱਗੀ E2, ठीक है। ਤੇ ਨੀਚੇ ਵਾਲਾ ਬਿਲਕੁਲ ਸਰਕਟ ਸੇਮ ਰਹੇਗਾ, R2 and here it is। ਦੱਸੋ ਮੈਨੂੰ ਹੁਣ ਗੱਲ ਕਲੀਅਰ ਹੋਈ ਕਿ ਨਹੀਂ? Yes. ਚਾਹੇ ਇਸ ਤਰ੍ਹਾਂ ਲਿਖ ਸਕਦੇ ਹੋ, ਚਾਹੇ ਇਸ ਤਰ੍ਹਾਂ ਲਿਖ ਸਕਦੇ ਹੋ, ਕੁਐਸਚਨ ਇਸ ਤਰ੍ਹਾਂ ਪੁੱਛ ਲਿਓ, ਕੋਈ ਇਸ ਤਰ੍ਹਾਂ, ਫਰਕ ਨਹੀਂ ਪੈਂਦਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਕਲੀਅਰ ਹੈ? Yes, sir. ਤੇ ਇਸ ਤਰ੍ਹਾਂ ਦੀ Yes, sir. ਪ੍ਰੋਬਲਮਸ ਦੇ ਵਿੱਚ ਤੁਹਾਨੂੰ ਫਿਰ KVL ਲਗਾਉਣਾ ਵੀ ਆਉਣਾ ਚਾਹੀਦਾ ਹੈ। ਜਿਵੇਂ ਕਿ KVL ਲਗਾਉਣਾ ਸਿੱਖਦੇ ਬਸ ਆਪਾਂ, ਬਾਕੀ ਨਹੀਂ। ਜਿਵੇਂ ਕਿ ਮੰਨ ਲਓ ਕੋਈ ਕਹਿ ਦੇਵੇ ਕਿ ਆ ਇੱਕ ਸਰਕਟ ਹੈ, ਦੇਖੋ ਇੱਥੇ ਆਪਾਂ ਆ ਇੱਕ ਸੈੱਲ ਲਗਾਇਆ, ਹੁਣ ਸਰਕਟ ਤੁਹਾਨੂੰ ਗਿਵਨ ਇਸ ਤਰ੍ਹਾਂ ਹੈ, ਮੰਨ ਲਓ ਤੁਹਾਨੂੰ ਇਸ ਤਰ੍ਹਾਂ ਗਿਵਨ ਹੀ ਹੋਗਾ ਤਾਂ ਤੁਸੀਂ ਕੀ ਕਰੋਗੇ? ਕਹਿੰਦੇ ਮਤਲਬ ਆ ਪਤਾ ਹੋਣਾ ਚਾਹੀਦਾ। ਆ ਹੈਗਾ ਮੰਨ ਲਓ 10 ਵੋਲਟ, ਇਹ ਹੈਗਾ ਮੰਨ ਲਓ 0.5 ohms। ਇੱਥੇ ਇੱਕ ਰੈਜ਼ਿਸਟੈਂਸ ਸ਼ੋ ਕੀਤੀ ਹੋਈ ਹੈ 5 ohms। ਇੱਥੇ ਇੱਕ ਬੈਟਰੀ ਸ਼ੋ ਕੀਤੀ ਹੋਈ ਹੈ 5 ਵੋਲਟ। ਇਸ ਬੈਟਰੀ ਦੇ ਨਾਲ ਨੀਚੇ ਇੰਟਰਨਲ ਰੈਜ਼ਿਸਟੈਂਸ ਸ਼ੋ ਕੀਤੀ ਹੋਈ ਹੈ 1 ohm। ਤੇ ਇੱਥੇ ਆਪਣੇ ਇੱਕ ਬੈਟਰੀ ਰੈਜ਼ਿਸਟੈਂਸ ਲੱਗੀ ਹੋਈ ਹੈ 2 ohms। ਫਿਰ ਇੱਕ ਇੱਥੇ ਮੰਨ ਲਓ ਨੀਚੇ ਇੱਥੇ ਇੱਕ ਰੈਜ਼ਿਸਟੈਂਸ ਲੱਗੀ ਹੋਈ ਹੈ 10 ohms। ਇਸ ਤਰ੍ਹਾਂ ਤੇ ਤੁਹਾਨੂੰ ਦੇਖੋ ਸਵਾਲ ਕੋਈ ਜਿਸ ਤਰ੍ਹਾਂ ਮਰਜ਼ੀ ਦਾ ਪੁੱਛ ਸਕਦਾ ਹੈ, ਇਹਦੇ ਵਿੱਚ ਤੁਹਾਨੂੰ ਸਵਾਲ ਨੂੰ ਲਿਖਣਾ ਆਉਣਾ ਚਾਹੀਦਾ ਹੈ, KVL ਯੂਜ਼ ਕਰਨਾ ਆਉਣਾ ਚਾਹੀਦਾ ਹੈ। KVL ਯੂਜ਼ ਕਰਕੇ ਸਭ ਤੋਂ ਪਹਿਲਾ ਕੰਮ ਅਸੀਂ ਜੋ ਕਰਦੇ ਹਾਂ ਸਰਕਟ ਦੇ ਵਿੱਚ, ਦੇਖੋ ਬੈਟਰੀਜ਼ ਤੁਹਾਡੇ ਸਾਹਮਣੇ ਪਈਆਂ ਨੇ, ਬੈਟਰੀਜ਼ ਦਾ ਵੋਲਟੇਜ ਪਤਾ ਹੈ ਨਾ ਤੁਹਾਨੂੰ, ਹਨਾ? ਰੈਜ਼ਿਸਟੈਂਸ ਦੀ ਵੈਲਿਊਜ਼ ਪਤਾ ਨੇ ਨਾ ਤੁਹਾਨੂੰ, ਹਨਾ? Yes. ਇਹਦੇ ਵਿੱਚ Yes. ਮਿਸਿੰਗ ਚੀਜ਼ ਕੀ ਹੈ ਇਸ ਸਰਕਟ ਵਿੱਚ, ਦੱਸੋ? करंट ਕਿਹੜੇ ਵਾਇਰ 'ਚ ਕਿੰਨਾ ਕਰੰਟ ਹੈ ਸਾਨੂੰ ਇਹ ਨਹੀਂ ਪਤਾ ਇਹਦੇ ਵਿੱਚ, ਹਨਾ? ਤਾਂ ਇਹਦੇ ਲਈ ਆਪਾਂ ਕੀ ਕਰਦੇ, ਜਿਵੇਂ ਚਾਰਜ ਸਕੀਮ ਬਣਾਉਂਦੇ, ਇਹ 'ਚ ਕਰੰਟ ਸਕੀਮ ਬਣਾ ਕੇ ਆਪਣੇ ਵੱਲੋਂ ਆਪਾਂ KVL ਲਗਾ ਸਕਦੇ ਹਾਂ। ਕਿਵੇਂ ਬਣਾਈਏ ਸਕੀਮ? ਆਪਣੇ ਵੱਲੋਂ ਬਣਾ ਲਓ, ਕੁਝ ਵੀ ਬਣਾ ਲਓ। ਆ 10 ਵੋਲਟ ਵਾਲੀ ਬੈਟਰੀ ਵੱਡੀ ਹੈ, ਇਹ 'ਚੋਂ ਕੱਢ ਲਓ ਕਰੰਟ ਆਪਣੀ ਮਰਜ਼ੀ ਨਾਲ ਕੋਈ ਵੀ। ਮੰਨ ਲਓ ਕਰੰਟ ਕੱਢ ਰਿਹਾ ਤੁਸੀਂ I1, ਸਮਝ ਲੱਗੀ ਗੱਲ? ਬਸ ਦੂਸਰੀ ਬੈਟਰੀ ਪਰਵਾਹ ਨਾ ਕਰੋ, ਆਪਣੇ ਆਪ ਦੂਸਰੀ ਬੈਟਰੀ ਛੱਡੋ, ਇੱਕ ਬੈਟਰੀ 'ਚੋਂ ਕੱਢੋ, ਕੰਮ ਕਰੋ। ਇੱਥੇ ਆ ਗਈ I2। ਹੁਣ ਕੋਈ ਬੱਚਾ ਤੁਹਾਡੇ 'ਚੋਂ ਸੋਚ ਸਕਦਾ ਵਾ ਕਿ ਮੈਂ ਇੱਥੋਂ ਵੀ ਕਰੰਟ ਇੱਧਰ ਨੂੰ ਲੈ ਕੇ ਆਉਣਾ ਵਾ, ਇੱਧਰੋਂ ਐ ਕਰਕੇ। ਕੋਈ ਸੋਚਦਾ ਨਹੀਂ ਇੱਧਰ ਨਹੀਂ ਲੈ ਕੇ ਆਉਣਾ, ਮੈਂ ਤਾਂ ਇੱਧਰ ਨੂੰ ਕਰੰਟ ਵਾਪਸ ਲੈ ਕੇ ਜਾਣਾ ਵਾ, ਉੱਪਰਲੀ ਬੈਟਰੀ ਦੇ ਪੋਜ਼ਿਟਿਵ ਤੋਂ ਕੱਢ ਲੈਣਾ ਮੈਂ ਬਸ ਕਰੰਟ। ਮਰਜ਼ੀ ਹੈ, ਤੁਸੀਂ ਜੋ ਮਰਜ਼ੀ ਕਰ ਲਓ, ਸਭ ਦਾ ਆਨਸਰ ਸੇਮ ਆਏਗਾ, ਸੇਮ ਹੀ ਆਏਗਾ। ਜੇ ਕਿਸੇ ਬੱਚੇ ਨੇ ਕਰੰਟ ਪੁੱਠਾ ਲਿਆਇਆ, ਗਲਤ ਲਿਆਇਆ ਵਾ, ਤਾਂ ਉਹਦਾ ਆਨਸਰ ਉਹ ਵਾਲਾ ਕਰੰਟ ਨੈਗੇਟਿਵ ਆ ਜਾਏਗਾ, ਤਾਂ ਉਹ ਆਪਣੀ ਸਰਕਟ ਨੂੰ ਦੁਬਾਰਾ ਰੀਕਰੈਕਟ ਕਰ ਸਕਦਾ ਬਾਅਦ ਵਿੱਚ ਸੋਲਵ ਕਰਨ ਤੋਂ ਬਾਅਦ ਕਿ ਇਹ ਮੇਰਾ ਨੈਗੇਟਿਵ ਆਇਆ, ਮੀਨਸ ਇਹ ਕਰੰਟ ਪੁੱਠੀ ਡਾਇਰੈਕਸ਼ਨ 'ਚ ਬਣਾ। ਹਾਂਜੀ ਬੋਲੋ सर
फिर उत्थे I2 ਦੀ ਜਗ੍ਹਾ I1 ਨਹੀਂ ਹੋਊਗਾ। तो I1 ही होता, बिल्कुल I2 नहीं है, I1 है, I1 पता लग रहा है सबनू? यस सर। तो इधर मान लो I2 तो नीचे कितना करंट आया? I1 माइनस I2। फिर वो करंट जो इधर आएगा, इधर कितना हो रहेगा? वो इतना ही रहेगा, ਇੱਥੇ तक वही आएगा ना। ਤੁਹਾਨੂੰ ਫਿਰ ਇਸ ਵਾਇਰ 'ਚ ਦੇਖ ਕੇ ਪਤਾ ਲੱਗ ਜਾਂਦਾ ਕਿ I2 ਇੱਧਰ ਭੇਜਿਆ ਸੀ ਨਾ, ਤਾਂ I2 ਨੇ ਇੱਧਰ ਆਣਾ ਹੀ ਆਣਾ ਹੈ ਇੱਧਰ ਤੱਕ, ਤੇ ਇਹ ਦੋਨੋਂ ਮਿਲ ਜਾਣਗੇ ਕੀ ਬਣ ਜਾਏਗੀ? I1 वापस चल जाएगा, बस हो गया काम। दसो ਇਹ 'ਚ ਕੋਈ प्रॉब्लम है किसी ਨੂੰ? नो सर। फिर जो ਆਪਾਂ ਇਹ 'ਚ ਲਗਾਉਣਾ ਹੁੰਦਾ ਹੈ ਨਾ ਕਿਰਚੌਫਸ ਲਾ ਕੁਝ ਵੀ, ਤਾਂ ਇਹਨਾਂ ਨੂੰ ਨਾਮ ਦਿੰਦੇ ਆਪਾਂ A B। ਜੰਕਸ਼ਨ ਰੂਲ ਦੀ ਤਾਂ ਲੋੜ ਹੀ ਨਹੀਂ ਪੈਂਦੀ, ਆਪਾਂ ਕਰੰਟ ਨੂੰ ਆਪ ਹੀ ਡਿਵਾਈਡ ਇਸ ਤਰ੍ਹਾਂ ਕਰ ਦਿੰਦੇ ਆ, ਨਵਾਂ ਵੇਰੀਏਬਲ ਐਂਟਰ ਨਾ ਕਰੇ। E F। ਹੁਣ ਜਦੋਂ KVL ਲਗਾਓਗੇ ਇਕੁਏਸ਼ਨਸ ਕੀ ਬਣਨਗੀਆਂ, ਬਹੁਤ ਇੰਪੋਰਟੈਂਟ ਗੱਲ ਹੈ। ਮੈਂ ਵੈਲਿਊਜ਼ ਆਪਣੇ ਵੱਲੋਂ ਹੀ ਕੁਝ ਲੈ ਲਈਆਂ ਸੀ, ਇਹ ਤੁਹਾਨੂੰ ਜੋ ਵੀ ਗਿਵਨ ਹੋਏਗਾ ਉਸ ਅਕੋਰਡਿੰਗ ਤੁਸੀਂ ਦੇਖ ਲਓਗੇ। ਹੁਣ ਦੇਖੋ ਸੋ ਆਪਾਂ ਇਹ ਜੇ ਲੂਪ ਰੂਲ ਲਗਾਈਏ, ਸੌਰੀ ਜੰਕਸ਼ਨ ਰੂਲ ਲਗਾਈਏ, ਤੇ ਉਹਦਾ ਨਾਮ ਰੱਖ ਦਈਏ ਕੋਈ, ਕਿਹਦੇ ਵਿੱਚ ਲਗਾਈਏ? ਪਹਿਲਾਂ A ਤੋਂ ਲੈ ਕੇ ਕਿੱਧਰ ਗਈ ਇਹ ਦੱਸੋ? A B E F। A B E F। ਇਹ ਲੂਪ ਬਣ ਗਈ ਹਿਮਾਨੀ? A A B E F A ਇਹਦੇ ਉੱਪਰ ਲਗਾਣੇ ਆ। ਜੇ A ਤੋਂ B ਜਾ ਰਹੀ ਹੈ ਤੇ ਕੁਝ ਵੀ ਨਹੀਂ ਹੋਇਆ, ਹਨਾ, ਛੱਡ ਦੋ। ਜਦੋਂ B ਤੋਂ ਤੂੰ ਅੱਗੇ ਆਈ ਤਾਂ ਬੈਟਰੀ ਦਾ ਪਹਿਲਾ ਪੋਜ਼ਿਟਿਵ ਟਰਮੀਨਲ ਆਇਆ ਨਾ, negative। ਸੌਰੀ ਨੈਗੇਟਿਵ। ਤਾਂ ਤੁਸੀਂ ਚਾਹੋ ਤਾਂ ਇਹਨੂੰ ਲਿਖ ਵੀ ਸਕਦੇ ਹੋ that this is the lower, this is higher। ਕਰੰਟ ਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਪਤਾ ਲੱਗ ਜਾਊ ਨਾ, ਇਹ ਹਾਇਰ ਹੈ ਤੇ ਆ ਲੋਅਰ ਹੈ, ਹਨਾ। Yes sir। ਉੱਪਰਲੇ ਵਿੱਚ ਵੀ ਇਧਰਲਾ ਹਾਇਰ ਹੋਏਗਾ ਤੇ ਇਧਰਲਾ ਲੋਅਰ ਹੋਏਗਾ, ਕਿਉਂਕਿ ਕਰੰਟ ਦੀ ਡਾਇਰੈਕਸ਼ਨ ਤੋਂ ਪਤਾ ਲੱਗ ਜਾਂਦਾ। ਨੀਚੇ ਵਾਲੇ 'ਚ ਇਧਰਲਾ ਹਾਇਰ ਹੋਏਗਾ, ਇਧਰਲਾ ਲੋਅਰ ਹੋਏਗਾ। ਬੈਟਰੀਆਂ ਦਾ ਪਤਾ ਹੀ ਹੁੰਦਾ ਹੈ, ਇਧਰਲਾ ਹਾਇਰ ਤੇ ਇਧਰਲਾ ਲੋਅਰ। ਹੁਣ ਦੇਖੋ 5 ਵੋਲਟ ਦਾ ਲੋਅਰ ਪਹਿਲਾਂ ਆਇਆ ਤਾਂ -5 ਆਏਗਾ ਕਿ ਨਹੀਂ, ਕਿ ਪਲੱਸ ਆਏਗਾ? प्लस आएगा। 5 वोल्ट आ गया। तो इस तो अगे फिर हिमानी अगे चलना चाहिए हूं? हाँ जी। नहीं, इस बैटरी की इंटरनल रेजिस्टेंस जी नीचे बनी हुई सी उसकी पोया नहीं तुहाडे तो, है ना? यस हाँ जी सर, हाँ जी। वो इस बैटरी के अंदर ही है, वो ड्रॉ करंट सर्किट च नीचे लिखी हुई है, पर तुसी ये मान के चलो कि I2 करंट इस दे विचों भी इधरों पास कर रहा है, तो आ हायर है उस रेजिस्टेंस लिए ते आ लोअर है। क्लियर? यस सर। तो आएगा माइनस I2 टाइम्स 1 ओम। क्लियर है गल? यस सर। हुण अगे वधो, हायर टू लोअर, फिर -2 टाइम्स I2। ठीक है, फिर अगे वधो, ऊपर जाओ F तक कुछ भी नहीं आएगा, फिर हायर टू लोअर माइनस I1 टाइम्स 5। फिर बैटरी आ गई, बैटरी का लोअर टू हायर आएगा +10 ते नाल ही I1 ने 0.5 चो भी पास करना है, ते उस 0.5 ਦੇ ਲਈ ਆ ਹਾਇਰ ਹੋਏਗਾ ਤੇ ਆ ਲੋਅਰ, तो हायर टू लोअर जा रहे हो ਤੁਸੀਂ ਤਾਂ ਆਏਗਾ -half I1। ਹੁਣ ਦੱਸੋ ਆ ਗੱਲ ਪਤਾ ਲੱਗੀ ਸਾਰਿਆਂ ਨੂੰ? यस सर। यस सर। ਇਹਦੇ ਵਿੱਚ ਗਲਤੀ ਹੋਣ ਦੀ ਸੰਭਾਵਨਾ ਸੀਗੀ ਦੋ ਜਗ੍ਹਾ ਤੇ, ਜਿੱਥੇ ਸੈੱਲ ਜਾਂ ਬੈਟਰੀ ਆਈ ਤੇ ਬੈਟਰੀ ਦੇ ਨਾਲ ਤੁਸੀਂ ਉਹਦੀ ਇੰਟਰਨਲ ਰੈਜ਼ਿਸਟੈਂਸ ਵਾਲੀ ਟਰਮ ਨੂੰ ਲਿਖਣਾ ਭੁੱਲ ਜਾਓਗੇ, ਇਹਨੂੰ ਤੇ ਇਹਨੂੰ, ਬਾਕੀ ਤੁਹਾਨੂੰ KVL लगाना आंदा ही। दसो क्लियर है भाई? यस सर। सो इसीलिए मैं कह रहा कि कई बार इस तरह सर्किट गिवन होवे, तुसी अपना जदों सॉल्व करन लगो तुसी आ चक के रेजिस्टेंस नु ना या इधरले बने ला दो या इधर लगा दो, लगा ही दो सर्किट, ਤੁਹਾਨੂੰ कोई कन्फ्यूजन नहीं रहेगी ਤੇ ਤੁਸੀਂ ਭੁੱਲੋਗੇ ਨਹੀਂ ਉਹਨੂੰ, ਤੇ ਇਕੁਏਟਰ ਮਿਸ ਹੋਈ ਪੂਰਾ ਸਵਾਲ, ਸਾਰੀ ਕੈਲਕੂਲੇਸ਼ਨ ਗਲਤ ਹੋ ਜਾਏਗੀ। ਤੇ ਜਦੋਂ ਆ ਕਰ ਲਿਆ, ਇਹਦੇ ਨਾਲ ਤੁਹਾਨੂੰ I1 I2 ਚ ਇੱਕ ਇਕੁਏਸ਼ਨ ਮਿਲ ਜਾਏਗੀ। ਇਸੇ ਲੂਪ ਰੂਲ ਨੂੰ ਨੀਚੇ ਲਗਾ ਦਿਓ, ਹਨਾ, ਸੌਰੀ ਹਾਂ ਇੱਥੇ, ਹਨਾ, ਇਹਦਾ ਤੁਹਾਨੂੰ ਇੱਕ ਹੋਰ ਇਕੁਏਸ਼ਨ ਮਿਲ ਜਾਏਗੀ ਸੇਮ।
ਤੇ ਜੋ ਦੂਸਰੀ ਇਕੁਏਸ਼ਨ ਮਿਲ ਗਈ ਪਹਿਲੀ ਮਿਲ ਗਈ ਇਹ ਵੀ I1 I2 ਦੇ ਵਿੱਚ ਹੀ ਹੈ, ਬਾਕੀ ਸਭ ਪਤਾ ਹੀ ਸੀ। ਇਹ ਵੀ I1 I2 ਵਿੱਚ ਬਾਕੀ ਸਭ ਪਤਾ ਹੀ ਹੈ। 10th ਕਲਾਸ ਜਿਵੇਂ ਲੀਨੀਅਰ ਇਕੁਏਸ਼ਨ ਸੋਲਵ ਕਰਦੇ ਸੀ, ਤੁਹਾਨੂੰ ਕੀ I1 ਤੇ I2 ਦੀ ਵੈਲਿਊ ਮਿਲ ਜਾਏਗੀ ਨਾ ਇੱਥੋਂ। ਤੇ ਜਦੋਂ I1 ਤੇ I2 ਦੀ ਵੈਲਿਊ ਮਿਲ ਗਈ ਮਤਲਬ ਤੁਹਾਨੂੰ ਹੁਣ ਸਰਕਟ ਚੋਂ ਰਹਿ ਹੀ ਨਹੀਂ ਗਿਆ ਜਿਹੜਾ ਨਹੀਂ ਪਤਾ, ਸਭ ਕੁਝ ਹੀ ਮਿਲ ਗਿਆ। ਕਿਉਂਕਿ ਹੁਣ ਸਰਕਟ ਦੇ ਵਿੱਚ I1 ਤੇ I2 ਦੀ ਵੈਲਿਊ ਮਿਲ ਜਾਣ ਤੋਂ ਬਾਅਦ ਤੁਸੀਂ ਕੋਈ ਮਰਜ਼ੀ ਮੰਨ ਲਓ ਇਨਫੋਰਮੇਸ਼ਨ ਦੇ ਸਕਦੇ ਹੋ ਵਿੱਚ। ਹੁਣ ਮੰਨ ਲਓ I1 ਤੇ I2 ਦੀ ਵੈਲਿਊ ਮਿਲ ਗਈ ਹੈ, ਮੈਂ ਫਿਲਹਾਲ ਮੰਨ ਕੇ ਚੱਲ ਰਿਹਾ ਕਿ ਮਿਲ ਗਈ ਹੈ। ਹੁਣ ਆਪਾਂ ਕਿਵੇਂ ਕਰਾਂਗੇ ਕੰਮ? ਹੁਣ I1 ਵੀ ਪਤਾ ਹੈ ਤੇ I2 ਵੀ ਪਤਾ ਹੈ ਮੰਨ ਲਓ। ਹੁਣ ਮੈਨੂੰ ਸਰਕਟ ਬਾਰੇ ਜੋ ਮਰਜ਼ੀ ਪੁੱਛ ਲਵੇ ਕੋਈ ਬੰਦਾ, ਜੋ ਮਰਜ਼ੀ ਆਪਾਂ ਦੱਸ ਸਕਦੇ ਹਾਂ। ਮੈਨੂੰ ਕੋਈ ਕਹਿ ਰਿਹਾ 5 ਓਮ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ? 5 ਓਮ ਦੇ ਅਕ੍ਰੋਸ ਇੱਥੇ ਇਹ ਦੋ ਪੁਆਇੰਟਸ, ਮੈਂ ਕਹੂੰਗਾ I1 ਦੀ ਵੈਲਿਊ ਤੁਹਾਨੂੰ ਮਿਲ ਚੁੱਕੀ ਹੈ ਨਾ, ਉਹਨੂੰ ਕੀ ਕਰੋਗੇ? 5 ਨਾਲ ਮਲਟੀਪਲਾਈ ਕਰੋ, ਬਸ ਆ ਜਾਏਗਾ ਇਹਦਾ ਪੋਟੈਂਸ਼ੀਅਲ ਡਿਫਰੈਂਸ। ਕੋਈ ਕਹਿ ਰਹੇ ਨੇ 2 ਦੇ ਅਕ੍ਰੋਸ ਦੱਸੋ, ਫਿਰ ਮੈਂ ਕੀ ਕਰੂੰਗਾ? I2 ਦੀ ਵੈਲਿਊ ਮਿਲ ਚੁੱਕੀ ਹੈ, ਉਹਨੂੰ 2 ਨਾਲ ਗੁਣਾ ਕਰ ਦੂੰਗਾ। ਕੋਈ ਕਹਿ ਰਿਹਾ 10 ਓਮ ਦੇ ਅਕ੍ਰੋਸ ਵੋਲਟੇਜ ਦੱਸੋ, I1 ਵਿੱਚੋਂ I2 ਨੂੰ ਮਾਈਨਸ ਕਰ ਦਿਓ, ਇਹ ਫਿਰ ਇਹਦਾ ਕਰੰਟ ਆਏਗਾ ਹਨਾ, ਉਹਨੂੰ 10 ਨਾਲ ਮਲਟੀਪਲਾਈ ਕਰ ਦਿਓ ਤਾਂ ਇਹਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਆਏਗਾ। ਦੱਸੋ ਗੱਲ ਕਲੀਅਰ ਹੋਈ? Yes, sir. ਸੋ ਬੇਸਿਕ ਜਿਹੜੀ ਗੱਲ ਹੈ ਨਾ ਉਸ ਗੱਲ ਨੂੰ ਕਦੀ ਵੀ ਨਾ ਭੁੱਲਿਓ, ਕਦੀ ਵੀ ਨਾ ਭੁੱਲਿਓ। ਬੇਸਿਕ ਗੱਲਾਂ ਇਹ ਨੇ ਕਿਸੇ ਵੀ ਸਰਕਟ ਨੂੰ ਸੋਲਵ ਕਰਨੀ। KVL ਤਾਂ ਇੱਕ ਸਮਝ ਲਓ ਕਿ ਬ੍ਰਹਮਾਸਤਰ ਨਹੀਂ ਹੁੰਦਾ ਜਿਵੇਂ ਉਹ ਮਹਾਭਾਰਤ ਦਿਖਾਉਂਦੇ ਆ ਜਾਂ ਕਿਸੇ ਉੱਚ ਵੀ ਉਹ ਤਾਂ ਖਾਲੀ ਜਾਂਦਾ ਹੀ ਨਹੀਂ ਵਾਰ, ਇਹ ਵਾਰ ਤਾਂ ਖਾਲੀ ਜਾਣਾ ਹੀ ਨਹੀਂ। ਚਾਹੇ ਕੋਈ ਕੁਐਸਚਨ ਲੰਬਾ ਹੋ ਜਾਏ ਛੋਟਾ ਹੋ ਜਾਏ ਉਹ ਮੈਟਰ ਨਹੀਂ ਕਰਦਾ, ਪਰ ਤੁਹਾਨੂੰ ਇਹ ਲਗਾਉਣਾ ਆਉਣਾ ਚਾਹੀਦਾ ਹੈ। ਹੁਣ ਲਗਾਉਣਾ ਆ ਜਾਏਗਾ ਇੰਟਰਨਲ ਰੈਜ਼ਿਸਟੈਂਸ ਦੇ ਨਾਲ ਵੀ। Yes, sir. ਹੁਣ ਇਹਦੇ ਵਿੱਚ ਇੱਕ ਹੋਰ ਤਰ੍ਹਾਂ ਦੇ ਸਵਾਲ ਆ ਸਕਦੇ ਨੇ, ਮੈਂ ਉਹ ਵੀ ਤੁਹਾਨੂੰ ਲਿਖਣ ਜਾ ਰਿਹਾ, ਇਹਦੇ ਵਿੱਚ ਸਮਝਾਉਣ ਜਾ ਰਿਹਾ ਇਸੇ ਦੇ ਵਿੱਚ। ਜਿਵੇਂ ਇਹਦੇ ਵਿੱਚ ਤੁਹਾਨੂੰ ਕਈ ਵਾਰ ਐ ਪੁੱਛ ਸਕਦੇ ਨੇ, ਉਹ ਕਹਿਣਗੇ ਫਾਈਂਡ ਕਰੋ। ਇਹਦੇ ਵਿੱਚ ਸਵਾਲ ਦੇਖੋ ਕਿਵੇਂ ਦਾ ਆਏਗਾ, 2-3 ਲਿਖਣੇ। ਫਾਈਂਡ ਕਰੋ ਵੋਲਟੇਜ ਐਟ A ਮਾਈਨਸ ਵੋਲਟੇਜ ਐਟ E, ਆ ਪਤਾ ਕਰਕੇ ਦਿਖਾਓ। ਹੁਣ ਆਪਾਂ ਕਹਾਂਗੇ ਵੀ A ਤੇ E ਤੇ ਆਉਣ ਦੇ ਦੋ ਰਸਤੇ ਨੇ ਨਾ, ਉੱਪਰੋਂ ਵੀ ਆ ਸਕਦਾ ਬੰਦਾ F ਤੋਂ ਹੁੰਦੇ ਹੋਏ, ਜਾਂ ਇਧਰੋਂ B ਤੋਂ ਹੁੰਦੇ ਹੋਏ ਵੀ E ਤੱਕ ਆ ਸਕਦਾ। ਉੱਥੋਂ ਵੀ ਰਸਤੇ 'ਚ ਬੈਟਰੀ ਆ, ਰੈਜ਼ਿਸਟੈਂਸ ਆ, ਬਹੁਤ ਕੁਝ ਹੈਗਾ ਨਾ। Yes, sir. ਨੀਚੇ ਵੀ ਬੈਟਰੀ ਦਾ ਰੈਜ਼ਿਸਟੈਂਸ ਆ, ਉੱਪਰੋਂ 10 ਵੋਲਟ ਵਾਲੀ ਆ, ਨੀਚੇ 5 ਵੋਲਟ ਵਾਲੀ ਆ। ਫਿਰ ਬੰਦਾ ਕਹੋ ਇਹਦਾ ਆਨਸਰ ਦੋ ਅਲੱਗ-ਅਲੱਗ ਆਣਗੇ? ਨਹੀਂ, ਕਿਸੇ ਵੀ ਸਰਕਟ ਦੇ ਵਿੱਚ ਹਰ ਇੱਕ ਪੁਆਇੰਟ ਦਾ ਇੱਕ ਯੂਨੀਕ ਪੋਟੈਂਸ਼ੀਅਲ ਹੁੰਦਾ ਆ। ਬੈਟਰੀਆਂ ਬੂਟਰੀਆਂ ਲੱਗ ਕੇ ਕਰੰਟ ਇਸ ਤਰ੍ਹਾਂ ਐਡਜਸਟ ਹੁੰਦੇ ਨੇ ਕਿ ਹਰ ਇੱਕ ਪੁਆਇੰਟ ਦਾ ਯੂਨੀਕ ਪੋਟੈਂਸ਼ੀਅਲ ਹੁੰਦਾ ਹੈ। ਸੋ ਆਨਸਰ ਵੀ ਯੂਨੀਕ ਹੋਣਾ ਚਾਹੀਦਾ ਹੈ। ਸਮਝ ਲੱਗੀ ਗੱਲ? ਹਾਂਜੀ। ਤਾਂ ਹੁਣ ਤੁਸੀਂ ਕੀ ਕਰੋਗੇ ਇਸ ਤਰ੍ਹਾਂ ਦੇ ਸਵਾਲ ਨੂੰ ਵੀ A ਤੇ E ਵਿਚਕਾਰ ਪੁੱਛ ਲਿਆ ਉਹਨਾਂ ਨੇ ਪੋਟੈਂਸ਼ੀਅਲ ਡਿਫਰੈਂਸ ਦੱਸੋ। ਆਪਾਂ ਕੀ ਕਰਾਂਗੇ, ਆਪਾਂ ਜਿਹੜੇ ਮਰਜ਼ੀ ਰਾਹੇ ਆ ਸਕਦੇ ਆ। ਜਿਹੜਾ ਰਾਹ ਸੌਖਾ ਹੋਵੇ ਜਿਹ 'ਚ ਘੱਟ ਰੈਜ਼ਿਸਟੈਂਸ ਹੋਣ, ਬੈਟਰੀਆਂ ਹੁਣ ਆਪਾਂ ਉਹ ਵਰਤ ਲੈਂਦੇ ਆ। ਇੱਥੇ ਤਾਂ ਦੋਨੋਂ ਲਗਭਗ ਬਰਾਬਰ ਹੀ, ਠੀਕ ਹੈ ਗੱਲ। ਸੋ ਆਪਾਂ ਵੋਲਟੇਜ ਐਟ A ਤੋਂ ਸ਼ੁਰੂ ਕਰਦੇ ਹਾਂ, ਲਿਖਣਾ ਸ਼ੁਰੂ ਕਰਦੇ ਹਾਂ। KVL ਲਗਾਵਾਂਗੇ, ਪਰ KVL ਇੱਥੇ ਪੂਰੀ ਲੂਪ 'ਚ ਨਹੀਂ ਲਗਾ ਰਹੇ ਆਪਾਂ, ਇਸ ਲਈ ਇਕੁਏਟ ਟੂ 0 ਨਹੀਂ ਕਰਾਂਗੇ। ਆਪਾਂ A ਦੇ ਪੋਟੈਂਸ਼ੀਅਲ ਤੋਂ ਸ਼ੁਰੂ ਕਰਦੇ ਹਾਂ। ਜਿਵੇਂ ਤੁਹਾਨੂੰ ਸਿਖਾਇਆ ਸੀ ਨਾ, ਜੇ ਇੱਧਰ 2 ਵੋਲਟ ਹੈ ਤੇ ਇੱਥੇ ਇੱਕ ਬੈਟਰੀ ਲੱਗੀ ਹੈ ਤਾਂ ਦੂਸਰਾ 12 ਵੋਲਟ ਹੋ ਜਾਏਗਾ। ਇਹ ਤਾਂ ਸਮਝਾਇਆ ਸੀ ਨਾ। Yes, sir. ਤਾਂ A ਦਾ ਵੋਲਟੇਜ ਮੰਨ ਲਓ VA ਹੈ। A ਤੋਂ ਮੈਂ ਚਲੇ ਆਇਆ ਇੱਥੋਂ ਆਰਾਮ ਨਾਲ ਆ ਰਿਹਾ, ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਆ ਗਈ। ਪ੍ਰੋਬਲਮ ਕੌਣ ਆ ਗਈ? ਬੈਟਰੀ ਆ ਗਈ। ਬੈਟਰੀ ਕੀ ਕਹਿ ਰਹੀ ਹੈ? ਬੈਟਰੀ ਚੱਕ ਕੇ ਮੈਨੂੰ ਸੁੱਟ ਰਹੀ ਹੈ ਥੱਲੇ ਸਿੱਟ ਰਹੀ ਹੈ ਨਾ 10 ਵੋਲਟ। Yes, sir. Yes, sir. ਮਾਈਨਸ 10। ਕਲੀਅਰ ਆ ਗੱਲ? Yes, sir. ਪਰ ਉਹਦੇ ਵਿੱਚ ਹੀ ਇੱਕ ਹੋਰ ਚੀਜ਼ ਹੋ ਰਹੀ ਹੈ। ਇਹ ਹਾਇਰ ਤੇ ਲੋਅਰ ਥੋੜਾ ਉੱਪਰ ਵੀ ਉੱਠਿਆ ਨਾ Yes, sir. 0.5 ਦੇ ਕਰਕੇ। ਕਿੰਨਾ? I1 into 0.5. 0.5 तो I1 by 2 ਹੋ ਗਿਆ है ना। फिर ਅੱਗੇ ਵਧਿਆ ਤਾਂ ਇੱਧਰ ਆ ਦੇਖੋ, ਆ ਹਾਇਰ ਸੀਗਾ ਲੋਅਰ ਸੀਗਾ। ਹੁਣ ਮੈਂ ਉੱਪਰ ਉੱਠ ਰਿਹਾ ਕਿ ਨੀਚੇ ਜਾ ਰਿਹਾ? ਦੱਸੋ। ਉੱਪਰ ਕਿੰਨਾ ਉੱਪਰ? ਕਿੰਨਾ? ਉਸ ਤੋਂ ਬਾਅਦ ਸਾਰੇ ਪੁਆਇੰਟਸ ਲਗਭਗ ਸੇਮ ਹੀ ਨੇ, ਚਾਹੇ F ਹੁੰਦਾ ਚਾਹੇ E ਹੁੰਦਾ, ਸੇਮ ਹੀ ਨੇ। ਤਾਂ ਇਜ਼ ਇਕੁਅਲ ਟੂ ਇੱਥੇ ਆਏਗਾ ਪੋਟੈਂਸ਼ੀਅਲ ਆਫ, ਕਿੱਥੇ ਪਹੁੰਚ ਗਏ? A ਦੇ ਪੋਟੈਂਸ਼ੀਅਲ ਤੋਂ ਤੁਰਿਆ ਸੀ
ਜਿਹੜਾ ਵੀ ਪਲੱਸ ਹੋਇਆ ਪਲੱਸ ਕਰਤਾ, ਮਾਈਨਸ ਹੋਇਆ ਮਾਈਨਸ ਕਰਤਾ, ਪੋਟੈਂਸ਼ੀਅਲ ਵਧਿਆ ਘਟਿਆ ਘਾਟੇ ਵਾਧੇ ਸਾਰੇ ਕਰਾ ਕੇ ਆ ਮੇਰੇ ਕੋਲ ਫਾਈਨਲ ਬਚਿਆ। ਸਮਝ ਲੱਗੀ ਗੱਲ? Yes, sir. ਮੰਨ ਲਓ ਮੈਂ ਦੁਸ਼ਹਿਰੇ ਦਾ ਮੇਲਾ ਦੇਖਣ ਜਾ ਰਿਹਾ, ਮੈਨੂੰ ਮੇਰੇ ਡੈਡੀ ਨੇ ਦਿੱਤੇ 50 ਰੁਪਏ। 50 ਰੁਪਏ ਮੈਂ ਜੇਬ 'ਚ ਲੈ ਕੇ ਨਿਕਲਿਆ ਤੇ ਰਾਹ 'ਚ ਮੇਰੇ ਇੱਕ ਅੰਕਲ ਮਿਲ ਗਏ। ਅੰਕਲ ਕਹਿੰਦੇ ਆਹ ਚੱਕ ਵੀ 10 ਰੁਪਏ ਐਸ਼ ਕਰ। ਮੇਰੇ ਕਿੰਨੇ ਹੋ ਗਏ? 60 ਹੋ ਗਏ। Yes, sir. Yes, sir. ਰਸਤੇ 'ਚ ਪਟਾਕੇ ਦੀ ਦੁਕਾਨ ਆ ਗਈ, ਮੈਂ ਉੱਥੋਂ ਪਟਾਕੇ ਖਰੀਦ ਲਏ 10 ਰੁਪਏ ਦੇ। ਮੇਰੇ ਕੋਲ ਫਿਰ ਕਿੰਨੇ ਹੋ ਗਏ? 50। ਫਿਰ ਅੱਗੇ ਆ ਕੇ ਟਿੱਕੀਆਂ ਛੋਲੇ ਵਾਲਾ ਆ ਗਿਆ, ਟਿੱਕੀਆਂ ਛੋਲੇ ਖਾ ਲਏ ਮੈਂ 20 ਰੁਪਏ ਦੇ। ਕਿੰਨੇ ਰਹਿ ਗਏ? 30। ਅੱਗੇ ਮੈਂ ਗਿਆ, ਮੇਰਾ ਭਰਾ ਆ ਗਿਆ, ਮੇਰਾ ਭਰਾ ਕਹਿੰਦਾ ਆ ਚੱਕ 15 ਰੁਪਏ ਐਸ਼ ਕਰ। ਕਿੰਨੇ ਹੋ ਗਏ? 45। ਠੀਕ ਹੈ। Yes, sir. ਅੱਗੇ ਜਾ ਕੇ ਗੁਹਾਰੇ ਵਾਲੇ ਤੋਂ ਮੈਂ ਬੰਦੂਕ ਖਰੀਦ ਲਈ, ਉਹ ਜਿਹੜੀ ਹੁੰਦੀ ਹੈ ਜਿਹਦੇ ਪਟਾਕੇ ਭਰ ਕੇ ਆਪਾਂ ਮਾਰਦੇ ਆ, ਉਹ ਬੰਦੂਕ ਖਰੀਦ ਲਈ 20 ਰੁਪਏ ਦੀ। ਕਿੰਨੇ ਰਹਿ ਗਏ? 25। Yes, sir. ਕੀ ਹੋ ਰਿਹਾ ਇਹ ਸਾਰਾ ਕੁਝ? 25 ਤੇ ਛੱਡ ਦੋ ਫਿਰ ਮੈਨੂੰ, ਮੈਂ 25 ਤੇ ਮੰਨ ਲਓ ਮੇਰੇ ਤੋਂ ਵਾਪਸ ਆ ਗਿਆ 25 ਰੁਪਏ ਬਚਾ ਕੇ। ਲੈ ਕੇ ਨਿਕਲਿਆ ਸੀ 50। ਵੀ ਜੇ ਵਾਧਾ ਹੋਇਆ ਤਾਂ ਵਾਧਾ ਲਿਖਦਾ ਜੋੜਦਾ ਗਿਆ, ਜਿਹੜੇ ਖਰਚੀ ਗਿਆ ਉਹਨੂੰ ਘਟਾਉਂਦਾ ਗਿਆ, ਮੁੜ ਕੇ ਜੇਬ ਵਿੱਚ ਜਿੰਨੇ ਖੀਸੇ 'ਚ ਪੈਸੇ ਰਹਿ ਗਏ ਉਹ ਐਂਡ 'ਚ ਰਹਿ ਗਏ। ਸਮਝ ਲੱਗੀ ਗੱਲ? Yes, sir. Yes, sir. ਉਦੋਂ ਹੀ ਮੈਂ A ਤੋਂ ਤੁਰਿਆ, ਬੈਟਰੀ ਨੇ ਚੱਕ ਕੇ ਥੱਲੇ ਮਾਰਿਆ, 10 ਰੁਪਏ ਖੋਲੇ, 10 ਵੋਲਟ ਖੋਲਿਆ ਮੇਰੇ -10 ਕਰਤੇ ਮੈਂ, ਹਨਾ? Yes, sir. ਕਰੰਟ ਤੇ ਰੈਜ਼ਿਸਟੈਂਸ ਦੇ ਉੱਥੇ ਰੇਸ਼ੋ 'ਚ ਮੈਂ ਦੇਖਿਆ ਜਿੱਥੇ ਜਿੱਥੇ ਵਾਧਾ ਹੋ ਰਿਹਾ ਸੀ ਮੈਂ ਜੋੜੀ ਆ, ਘਾਟਾ ਹੋਇਆ ਘਟਾਈ ਗਿਆ। ਕੀ ਪਤਾ ਹੁਣ A ਤੇ E ਤੇ ਪੋਟੈਂਸ਼ੀਅਲ 'ਚ ਵਾਧਾ ਕਿਹਦਾ ਘਾਟਾ ਕਿਹਦਾ, ਮੈਨੂੰ ਕੀ ਪਤਾ। ਆਪਾਂ ਕੀ ਕਰਾਂਗੇ ਐਂਡ 'ਚ? ਫਿਰ ਹੁਣ ਕੱਢ ਲਓਗੇ ਇਹਨੂੰ। Yes, Yes, sir. sir. ਤੇ I1 ਦੀ ਵੈਲਿਊ ਤੁਸੀਂ ਕੱਢੀ ਹੋਣੀ ਹੈ ਪਹਿਲਾਂ, ਜਿਹੜੀ ਆਪਾਂ ਦੋ ਇਕੁਏਸ਼ਨਾਂ ਸੋਲਵ ਕਰਾਂਗੇ। Yes, sir. ਹੁਣ ਜੇ B ਤੋਂ ਲੈ ਕੇ D ਦੇ ਵਿੱਚ, ਜੇ B ਤੇ D 'ਚ ਕੱਢਣਾ ਹੋਵੇ ਤਾਂ ਕਿਹੜਾ ਰਸਤਾ ਚੁਣੋਗੇ? B, C, D. Please. ਹਾਂ ਉਹ ਜ਼ਿਆਦਾ ਸੌਖਾ ਰਹੂਗਾ ਨਾ ਉੱਪਰ, ਕਿਉਂਕਿ ਬੈਟਰੀ ਨਾਲ ਇੰਟਰਨਲ ਰੈਜ਼ਿਸਟੈਂਸ ਵੀ ਹੈਗੀ, ਸਾਰਾ ਸੋਚਣਾ ਸਮਝਣਾ ਪੈਂਦਾ ਨਾ। ਇੰਟਰਨਲ ਰੈਜ਼ਿਸਟੈਂਸ ਵਿੱਚ ਜਿਹੜਾ ਪੋਟੈਂਸ਼ੀਅਲ ਡ੍ਰੌਪ ਹੁੰਦਾ ਉਹ ਹਮੇਸ਼ਾ ਬੈਟਰੀ ਦੇ ਵੋਲਟੇਜ ਤੋਂ ਅਕਸਰ ਹੀ ਪੁੱਠਾ ਹੁੰਦਾ ਹੈ ਨਾ। ਸਮਝ ਲੱਗੀ ਗੱਲ? Yes, sir. Yes, sir. ਅਕਸਰ ਹੁੰਦਾ ਹੈ, ਪਰ ਜਦੋਂ ਬੈਟਰੀ ਚਾਰਜਿੰਗ ਹੋ ਰਹੀ ਹੋਵੇ ਫਿਰ ਦੇਖ ਲਿਓ ਵੀ ਚਾਰਜਿੰਗ ਹੋ ਰਹੀ ਹੋਵੇ, ਜਿਵੇਂ ਪੁੱਠਾ ਕਰਨ ਜਾ ਰਿਹਾ ਫਿਰ ਕੀ ਹੋਏਗਾ। ਅਦਰਵਾਈਜ਼ ਤਾਂ ਪੁੱਠਾ ਹੀ ਹੁੰਦਾ ਹੈ ਜੇ ਨਾਰਮਲੀ ਬੈਟਰੀ ਆਪਣਾ ਕਰੰਟ ਛੱਡ ਰਹੀ ਹੈ ਜਾਂ ਲੀਵ ਕਰ ਰਹੀ ਹੈ। ਕਿਉਂਕਿ ਜੇ ਮੰਨ ਲਓ ਇਹ ਬੈਟਰੀ ਲੱਗੀ ਹੋਈ ਹੈ ਤੇ ਬੈਟਰੀ ਐ ਲੱਗੀ ਹੋਈ ਹੈ ਤੇ ਇਹਦੇ ਵਿੱਚ ਹਮੇਸ਼ਾ ਕਰੰਟ ਜਿਹੜਾ ਇਧਰੋਂ ਰਿਲੀਜ਼ ਹੁੰਦਾ ਹੈ ਇਧਰੋਂ ਦੀ ਐਂਟਰ ਕਰਦਾ ਹੈ ਨਾ, Yes, sir. ਤੇ ਇਹਦੀ ਇੰਟਰਨਲ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੰਟਰਨਲ ਰੈਜ਼ਿਸਟੈਂਸ ਦੇ ਅਕ੍ਰੋਸ ਇਧਰਲਾ ਹਾਇਰ ਤੇ ਇਧਰਲਾ ਲੋਅਰ ਪੋਟੈਂਸ਼ੀਅਲ ਹੁੰਦਾ ਹੈ। ਬੈਟਰੀ ਦਾ ਇਧਰਲਾ ਹਾਇਰ ਇਧਰਲਾ ਲੋਅਰ ਹੁੰਦਾ ਤਾਂ ਉਹ ਪੁੱਠਾ ਹੀ ਹੋਣਾ ਹਮੇਸ਼ਾ। ਜੇ ਬੈਟਰੀ ਵਿੱਚ ਸੁਖੀ ਸੰਦੀ ਕਰੰਟ ਨਿਕਲ ਤੇ ਐਂਟਰ ਕਰ ਰਿਹਾ ਜਿਵੇਂ ਕਿ ਆਪਾਂ ਨਾਰਮਲੀ ਸਮਝਦੇ ਹਾਂ। ਹਾਂ ਪਰ ਜੇ ਬੈਟਰੀ ਚਾਰਜਿੰਗ ਹੋਣ ਲਾਤੀ ਤੁਸੀਂ ਤੇ ਫਿਰ ਹੋ ਸਕਦਾ ਦੋਨੋਂ ਸੇਮ ਹੋ ਜਾਣ, ਪਰ ਵਟਐਵਰ ਜੋ ਤੁਹਾਡੇ ਸਾਹਮਣੇ ਆਏਗਾ ਉਸ ਕੰਡੀਸ਼ਨ ਨੂੰ ਤੁਸੀਂ ਉਸ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੇ ਹੋ। ਸਰਕਟ ਦੇ ਬਾਰੇ ਪੂਰਾ ਪੋਸਟਮਾਰਟਮ ਕਰਨਾ ਆਣਾ ਚਾਹੀਦਾ ਤੁਹਾਨੂੰ। ਸਰਕਟ ਦਾ ਕੱਲੀ ਚੀਜ਼, ਕੱਲੀ ਵਾਇਰ 'ਚ ਕੀ ਕਿੱਦਾਂ ਕਿਉਂ, ਉਹ KVL ਦੇ ਥਰੂ ਲਗਾ ਕੇ ਕਰੰਟ ਕਰੰਟ ਪਤਾ ਲੱਗ ਜਾਂਦੇ ਨੇ। ਜਿਵੇਂ ਕੈਪੈਸਿਟਰਸ ਦੇ ਵਿੱਚ ਆਪਾਂ ਕੀ ਕਰਦੇ ਆ, ਚਾਰਜ ਫਲੋ ਕਰਾ ਦਿੰਦੇ ਆ, ਮੰਨ ਲਓ ਸਭ ਐਡਜਸਟ ਹੋਏਗਾ। ਕਿਵੇਂ ਐਡਜਸਟ ਹੋਏਗਾ? ਚਾਰਜ ਫਲੋ ਕਰੇਗਾ, ਉਹ ਫਲੋ ਪੂਰੇ ਗੇੜਾ ਕਢਾ ਦਿਓ, ਜਿਹਦੇ ਉੱਪਰ ਜਿੰਨਾ ਚਾਰਜ ਸੀਗਾ ਉਹਨੂੰ ਵਧਾ ਘਟਾ ਲਓ, ਮੁੜ ਕੇ ਸਾਰੇ KVL ਲਗਾ ਲਓ, ਉਹ ਕਿੰਨਾ ਚਾਰਜ ਫਲੋ ਹੋਇਆ ਪਤਾ ਲੱਗ ਜਾਏਗਾ। ਸਾਰੇ ਕੈਪੈਸਿਟਰਸ ਦੀ ਫਾਈਨਲ ਸਟੇਜ ਤੇ ਕਿੰਨਾ ਚਾਰਜ ਉਹਨਾਂ ਤੇ ਹੈਗਾ ਪਤਾ ਲੱਗ ਜਾਂਦਾ। ਇੱਥੇ ਕਰੰਟ ਫਲੋ ਕਰਦਾ ਹੈ ਪਤਾ ਲੱਗ ਜਾਂਦਾ। ਗੱਲ ਸਮਝ ਆਈ? Yes, sir. Yes, sir. योगेश Yes, sir. तुम्हें लग रही गल सारी? ਹਾਂਜੀ sir. ਪ੍ਰੈਕਟਿਸ ਨਾਲ ਹੋਊਗਾ ਇਹ, ਹੱਥ ਵਿੱਚ ਚੜੂਗਾ ਤੁਹਾਡੇ ਜਲਦੀ। ਪਹਿਲੇ ਤੇ ਸਲੋ ਹੀ ਹੁੰਦਾ ਸਾਰਾ ਦਾ ਕੰਮ, ਕੋਈ ਦਿੱਕਤ ਨਹੀਂ ਹੈ। ਅਸੀਂ ਕਿਹੜਾ ਮਤਲਬ ਪਹਿਲਾਂ ਹੀ ਮਤਲਬ ਬੜੇ ਤੇਜ਼, ਮਤਲਬ 11ਵੀਂ 'ਚ ਹੋਏ ਹੋਣੇ ਅਸੀਂ ਤਾਂ ਬੜਾ ਤੇਜ਼ ਕਰਦੇ ਹੋਣੇ ਕੰਮ, ਜਾਂ 12ਵੀਂ 'ਚ ਬੜੇ ਇੱਕਦਮ ਆਉਂਦੇ ਹੀ ਹਾਂ ਵੀ ਅਸੀਂ ਮਤਲਬ ਬਹੁਤ ਆਰਾਮ ਨਾਲ ਪ੍ਰੈਕਟਿਸ ਕਰਕੇ ਬੜੇ ਤੇਜ਼ ਹੋ ਜਾਂਦੇ ਆਪਾਂ। ਪ੍ਰੈਕਟਿਸ ਜਿੰਨੀ ਜ਼ਿਆਦਾ ਕੋਈ ਕਰੂਗਾ ਉਹਨਾਂ ਤੇਜ਼ ਹੋ ਜਾਊਗਾ, ਉਹਨਾਂ ਜਲਦੀ ਸੋਲਵ ਹੋਣਗੇ ਨਹੀਂ ਸਮ। ਬਸ ਇੰਨੀ ਜੀ ਗੱਲ ਆ। ਸੋ ਇਸ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਕਿਰਚੌਫਸ ਲਾਜ਼ ਦੇ, ਇਹ ਵਾਲੇ ਕੁਝ ਕੁਐਸਚਨ ਤੁਹਾਨੂੰ ਮੈਂ ਅੱਜ ਸਪੈਸ਼ਲ ਭੇਜ ਰਿਹਾ। ਸਰਕਟਸ, ਜਿਹੜੇ ਸਰਕਟਸ ਤੁਸੀਂ ਸੋਲਵ ਕਰਕੇ ਉਹਨਾਂ ਦੇ ਵਿੱਚ ਕਰੰਟ ਦੀਆਂ ਵੈਲਿਊਜ਼, ਵੋਲਟੇਜ ਦੀ ਵੈਲਿਊਜ਼ ਪਤਾ ਕਰਨੀਆਂ ਨੇ। ਠੀਕ ਹੈ ਜੀ? Yes, yes, sir. ਅੱਜ ਤੁਸੀਂ ਆਹੀ ਕੰਮ ਦੀ ਪ੍ਰੈਕਟਿਸ ਕਰੋ, ਬਾਕੀ ਗੱਲਾਂ ਤੁਸੀਂ ਅੱਗੇ ਪਿਛਲੀ ਵਾਲੀਆਂ ਸਭ ਤਾਂ ਕਰੋਗੇ ਹੀ, ਤੇ ਇੰਨਾ ਕੁ ਕੰਮ ਕਰੋ। ਤੇ ਇੱਕ ਕੁਐਸਚਨ ਹੋਰ ਤੁਸੀਂ ਇਹ ਕਰੋ, ਲਿਖ ਲਓ ਸਾਰਿਆਂ ਨੇ। ਤੁਹਾਡੇ ਕੋਲ ਉਹ ਜਿਹੜਾ ਪ੍ਰੈਕਟਿਸ ਬੁਕਲੇਟ ਹੈਗੀ ਨਾ ਭੇਜੀ ਕੱਲ, Yes, sir. Yes, sir. ਉਹ 'ਚ ਲਿਖ ਲਓ ਪੇਜ ਨੰਬਰ 126 ਤੇ ਤੁਸੀਂ ਹੋਮਵਰਕ ਕਰਨਾ, ਲਿਖ ਲਓ ਸਾਰੇ ਜਣੇ, ਹੁਣੀ ਸਾਰੇ ਲਿਖੋ।
पेज नंबर 126 ਤੇ एग्जाम्पल नंबर 1 ਤੋਂ ਲੈ ਕੇ एग्जाम्पल नंबर 9 तक 9 क्वेश्चन आ करने हैं। पेज नंबर 126 एग्जाम्पल नंबर 1 ਤੋਂ ਲੈ ਕੇ 9 तक, फिर एक्सरसाइज 1 आ जाऊगी उची अनसॉल्व होगी। एक्सरसाइज 1 ਤੋਂ ਲੈ ਕੇ 12 तक सवाल करने हैं। फिर एक्सरसाइज 2 आ जाऊगी, ਉਹਦੇ 1 ਤੋਂ ਲੈ ਕੇ 15 तक सवाल करने हैं। टोटल 15 हो 12 हो 27 हो गए, 27 ਤੇ 9 टोटल हो गए 36 हो गए ना। आही करो तुसी, मैं आ वाले सर्किट सुरकट ਜਿਹੜੇ ਹੈਗੇ 5-6 सर्किट ਤੁਹਾਨੂੰ WhatsApp ग्रुप 'ਚ ਭੇਜੂਗਾ। बस वो 5-6 सर्किट सॉल्व करके ਉਹਦੀ प्रैक्टिस करियो, नाल आंसर भेज दूंगा, मैच कर लियो, ਤੁਹਾਨੂੰ कॉन्फिडेंस आ जाएगा। ਤੇ प्लस ਜਿਹੜੇ ਆ ਬੁਕਲੇਟ 'ਚ ਕਹਿ ਰਹੇ ਆ ਤੁਹਾਨੂੰ ਆ क्वेश्चन करो, ਇੰਨਾ ਤੁਸੀਂ ਕਰੋ ਬਹੁਤ ਚੰਗੀ ਤਰ੍ਹਾਂ। ਬਸ ਆਪਣਾ ਸਮਝ ਲਓ ਕਰੰਟ ਇਲੈਕਟ੍ਰਿਸਿਟੀ ਆਪਣੀ ਇਹਦੇ ਥਰੂ ਤੁਹਾਨੂੰ ਹੁਣ ਜਦੋਂ ਦੁਬਾਰਾ KVL ਦੀ ਜਦ ਵਾਪਸ ਜਾਓਗੇ ਨਾ ਕੈਪੈਸਿਟਰ ਦੀ ਰਿਵੀਜ਼ਨ ਕਰਨ, ਫਿਰ ਦੇਖੋ ਕੈਪੈਸਿਟਰ ਹੋਰ ਬੜਾ ਵਧੀਆ ਹੋ ਜਾਊਗਾ। ਕਿਉਂਕਿ ਜੋ ਰਿਵੀਜ਼ਨ ਕਰਾਂਗੇ ਫਿਰ ਆਪਾਂ ਨੂੰ ਆ ਗੱਲਾਂ ਪਤਾ ਹੀ ਹੋਣਗੀਆਂ, ਆਪਣੇ ਲਈ ਸੌਖਾ ਹੋ ਜਾਣਾ ਸਾਰਾ ਕੁਝ ਹੋ ਜਾਊਗਾ ਇਹ। Yes, sir. Yes, sir. तो फिलहाल ਲਈ ਇੰਨਾ ਬਹੁਤ ਆ, ਤੁਸੀਂ ਆਏ ਨਹੀਂ ਕਰੋ। ਅੱਜ ਕੋਈ ਹੋਰ ਪ੍ਰੋਬਲਮ ਹੋਵੇ ਇਹਦੇ ਵਿੱਚ ਆ ਜਿਹੜਾ ਕਰੰਟ ਇਲੈਕਟ੍ਰਿਸਿਟੀ ਜਿੰਨੀ ਆਪਾਂ ਕੀਤੀ ਹੋਣੀ ਅੱਜ ਦੇ ਲੈਕਚਰ 'ਚ ਆਦਾ, ਤਾਂ ਉਹ ਦੇਖੋ ਕੋਈ ਪ੍ਰੋਬਲਮ ਹੋਵੇ ਤਾਂ ਕਿਸੇ ਨੂੰ ਆਈ ਹੋਵੇ। ਠੀਕ ਹੈ ਜੀ ਗੱਲ। ਆ ਵੋਲਟਮੀਟਰ ਐਮੀਟਰ ਵਗੈਰਾ ਹੁਣ ਲਗਾਣੇ ਆਣੇ ਚਾਹੀਦੇ ਆ। ਗੈਲਵੇਨੋਮੀਟਰ ਰਹਿ ਗਿਆ, ਮੈਂ ਤੁਹਾਨੂੰ ਦੱਸੂਗਾ, ਉਹ ਮੈਂ ਅੱਗੇ ਲੈਕਚਰ 'ਚ ਦੱਸੂਗਾ।